सत श्री अकाल जी। तुसीं अजीत वैब टीवी देख रहे हैं दोस्तों। मैं हाँ स्वर्ण सिंह टहना। घड़ी फैसले की आ गई है। हुण तो कुछ मिनटां बाद पंजाब दे विच ते बाकी होर 4 सूबे यानी कि कुल 5 सूबਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ। ਜਿੱਤੂ कौन हारू कौन ਇਹ कुछ मिनट ਪਹਿਲਾਂ ਜਾਂ ਲਗਭਗ 1 ਘੰਟਾ ਪਹਿਲਾਂ ਦੱਸਣ ਵਾਲੀ ਗੱਲ नहीं। ਸਾਰੀਆਂ ਸਿਆਸੀ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ। ਜੇ ਗੱਲ ਕੱਲੇ ਅਸੀਂ ਪੰਜਾਬ ਤੱਕ ਸੀਮਤ ਰੱਖੀਏ ਤਾਂ ਪੰਜਾਬ ਦੇ ਵਿੱਚ ਲਗਭਗ ਪਿਛਲੇ 3 ਮਹੀਨੇ ਤੋਂ ਜੋ ਕੁਝ ਚੱਲਿਆ ਤੇ ਜਿਵੇਂ ਜਿਵੇਂ ਚੱਲਿਆ ਉਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਅਸੀਂ ਸਮੇਂ-ਸਮੇਂ ਦੇ ਉੱਤੇ ਅਜੀਤ ਵੈਬ ਟੀਵੀ ਤੇ ਸਾਂਝੀਆਂ ਕਰਦੇ ਰਹੇ ਹਾਂ। ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਇਤਕੀ 1 2 ਜਾਂ 3 ਪਾਰਟੀਆਂ ਦੇ ਵਿੱਚ ਨਹੀਂ, 5 ਪਾਰਟੀਆਂ ਦੇ ਵਿੱਚ ਹੈ। ਪੰਜਾਬ ਦੇ ਵਿੱਚ ਇਤਕੀ 1300 ਤੇ 4 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਮਸ਼ੀਨਾਂ ਦੇ ਵਿੱਚ ਬੰਦ ਹੈ, ਜਿਹੜੀ ਕਿ ਹੁਣ ਤੋਂ ਕੁਝ ਕੁ ਮਿੰਟਾਂ ਬਾਅਦ ਖੁੱਲਣੀ ਸ਼ੁਰੂ ਹੋਣੀ ਹੈ। ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ 10:30 11 ਵਜੇ ਤੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਸਵੀਰ ਸਾਫ਼ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ, ਅਕਾਲੀ ਦਲ ਨੂੰ ਕਿੰਨੀਆਂ ਕੁ ਸੀਟਾਂ ਮਿਲਦੀਆਂ, ਕਾਂਗਰਸ ਦਾ ਕਿੰਨਾ ਕੁ ਸਨਮਾਨ ਬਚਦਾ, ਬੀਜੇਪੀ ਦੇ ਹਿੱਸੇ ਕੀ ਆਉਂਦਾ ਹੈ ਤੇ ਬਾਕੀ ਜਿਹੜੀਆਂ ਛੋਟੀਆਂ ਵੱਡੀਆਂ ਧਿਰਾਂ ਉਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ। ਸੰਯੁਕਤ ਸਮਾਜ ਮੋਰਚਾ ਕਿਹੜੇ ਮੋੜ ਦੇ ਉੱਤੇ ਜਾ ਕੇ ਖੜਦਾ। ਪਰ ਜਦੋਂ 5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ ਉਦੋਂ ਭੰਬਲ ਭੂਸਾ ਬਣਿਆ ਰਹਿੰਦਾ। ਉਦੋਂ ਭੰਬਲ ਭੂਸਾ ਇਸ ਕਰਕੇ ਬਣਿਆ ਰਹਿੰਦਾ ਵੀ ਪਤਾ ਨਹੀਂ ਕਿਹਨੇ ਕਿਹਦੀ ਕਿੰਨੀ ਵੋਟ ਤੋੜੀ ਹੋਣੀ ਆ। ਇੱਦਾਂ ਹੁੰਦਾ ਵੀ ਰਿਹਾ ਪਰ ਹੋਇਆ ਪਹਿਲੀ ਵਾਰ ਨਹੀਂ, ਕਿਉਂਕਿ ਇਸ ਤੋਂ ਪਹਿਲਾਂ 3 ਪਾਰਟੀਆਂ ਦਾ ਮੁਕਾਬਲਾ ਹੁੰਦਾ। ਉਸ ਤੋਂ ਪਹਿਲਾਂ 12 ਦੇ ਵਿੱਚ 2 ਪਾਰਟੀਆਂ ਦਾ ਮੁਕਾਬਲਾ ਸੀ, ਐਤਕੀ 5 ਦਾ ਮੁਕਾਬਲਾ। ਸੋ 1304 ਉਮੀਦਵਾਰ ਨੇ, ਉਹਨਾਂ ਦੇ ਵਿੱਚੋਂ 117 ਜਿੱਤਣੇ ਆ। ਕਈਆਂ ਨੇ ਹਾਰਨਾ, 117 ਜਿੱਤਣਗੇ। ਪਰ ਮਨ ਦੇ ਵਿੱਚ ਸਵਾਲ ਕਈ ਆਉਂਦੇ ਆ ਕਿ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ ਉਹਨਾਂ ਦੇ ਉੱਤੇ ਅੱਜ ਫੈਸਲੇ ਦੀ ਘੜੀ ਤੋਂ ਕੁਝ ਕੁ ਮਿੰਟ ਪਹਿਲਾਂ ਯਕੀਨ ਮੰਨੀਏ ਜਾਂ ਨਾ ਮੰਨੀਏ। ਮੈਂ ਇਸ ਪ੍ਰਸੰਗ ਦੇ ਵਿੱਚ ਅੱਜ ਨਹੀਂ ਜਾਣਾ ਕਿ ਭਾਈ ਫਲਾਣੇ ਐਗਜ਼ਿਟ ਪੋਲ ਨੇ ਕਿਹਾ ਸੀ ਕਿ ਇਹਨੇ ਜਿੱਤਣਾ, ਫਲਾਣੇ ਨੇ ਕਿਹਾ ਇਹਨੇ ਹਾਰ ਜਾਣਾ, ਫਲਾਣੇ ਨੇ ਆਹ ਗੱਲ ਕਹੀ, ਫਲਾਣੇ ਨੇ ਆਹ ਕਹੀ। ਹੁਣ ਉਹਦੀ ਕੋਈ ਤੁਕ ਨਹੀਂ ਬਣਦੀ। ਕੁਝ ਕੁ ਮਿੰਟਾਂ ਬਾਅਦ ਸਾਰੀ ਕਹਾਣੀ ਸਭ ਦੇ ਸਮਝ ਆ ਜਾਣੀ ਆ। ਪਰ ਮੇਰੀ ਬੇਨਤੀ ਇਸ ਗੱਲ ਦੀ ਜ਼ਰੂਰ ਹੈ ਵੀ ਜੋ ਅਸਲ ਨਤੀਜਾ ਹੋਊਗਾ ਅੱਜ ਪੰਜਾਬ ਦਾ ਉਹ ਐਗਜ਼ਿਟ ਪੋਲ ਦੇ ਬਰਾਬਰ ਜ਼ਰੂਰ ਰੱਖਿਓ ਤੇ ਭਵਿੱਖ ਦੇ ਲਈ ਰਾਏ ਜ਼ਰੂਰ ਬਣਾਈਏ ਆਪਾਂ ਕਿ ਆਪਾਂ ਇਹਨਾਂ ਦੇ ਉੱਤੇ ਕਦੇ ਯਕੀਨ ਕਰਨਾ ਜਾਂ ਨਹੀਂ ਕਰਨਾ। ਕਈ ਚੈਨਲਾਂ ਨੇ ਇਹ ਗੱਲ ਕਹੀ ਕਿ ਫਲਾਣੀ ਪਾਰਟੀ 100 ਸੀਟ ਲੈ ਕੇ ਜਾਊ, ਕਿਸੇ ਨੇ ਕਿਹਾ ਜੀ ਕਿ 30 ਤੋਂ ਵੱਧ ਨਹੀਂ ਲਿਜਾਂਦੀ, ਕਿਸੇ ਨੇ ਕਿਹਾ ਜੀ ਫਲਾਣੀ ਪਾਰਟੀ 40 ਸੀਟਾਂ ਲੈ ਕੇ ਜਾਊ, ਕਿਸੇ ਨੇ ਕਿਹਾ ਨਾ ਇਹ ਤਾਂ 13 ਤੋਂ ਨਹੀਂ ਵੱਧਦੀ। ਸੋ ਇਸ ਕਰਕੇ ਜੋ ਅਸਲ ਨਤੀਜਾ ਹੋਊਗਾ ਉਹ ਐਗਜ਼ਿਟ ਪੋਲ ਦੇ ਬਰਾਬਰ ਰੱਖ ਕੇ ਫਿਰ ਹੀ ਪਤਾ ਲੱਗਣਾ ਵੀ ਭਾਈ ਭਵਿੱਖ ਦੇ ਵਿੱਚ ਇਹਨਾਂ ਨੂੰ ਅਸੀਂ ਡੰਗ ਟਪਾਊ ਚੀਜ਼ ਮੰਨੀਏ, ਇਹਨਾਂ ਨੂੰ ਪੇੜ ਮੰਨੀਏ, ਸੱਟਾ ਬਾਜ਼ਾਰ ਦੀ ਦੇਣ ਮੰਨੀਏ ਜਾਂ ਸੱਚੀ ਮੁੱਚੀ ਇਹਨਾਂ ਦੇ ਵੱਲੋਂ ਕੋਈ ਚਮਤਕਾਰੀ ਨਤੀਜਾ ਪੇਸ਼ ਕਰਨ ਦੇ ਨੇੜੇ ਤੇੜੇ ਪਹੁੰਚਿਆ ਜਾਂਦਾ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ। ਪਰ ਇਹ ਸਮਾਂ ਦੱਸੂਗਾ ਵੀ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ। ਮੈਂ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਤੇ ਅੱਜ ਵੀ ਇਹ ਗੱਲ ਕਰਨੀ ਬਣਦੀ ਹੈ ਕਿ ਭਗਵੰਤ ਮਾਨ ਦੇ CM ਕੈਂਡੀਡੇਟ ਬਣਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਨਵਾਂ ਹੁਲਾਰਾ ਮਿਲਿਆ। ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਜੋਸ਼ ਆਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਭਗਵੰਤ ਮਾਨ ਨਾ CM ਕੈਂਡੀਡੇਟ ਬਣਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਲੱਕ ਟੁੱਟਿਆ ਪਿਆ ਸੀ ਪੰਜਾਬ ਦੇ ਵਿੱਚ। ਤੇ ਜੇਕਰ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ, ਕਾਂਗਰਸ ਦੇ ਵੱਲੋਂ 111 ਦਿਨ ਦੇ ਲਈ ਮੌਕਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ। ਚੰਨੀ ਹੋਰਾਂ ਨੇ ਬਹੁਤ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕੰਮਾਂ ਤੋਂ ਵੱਧ ਬੋਰਡ ਲੱਗੇ ਆ। ਉਹਨਾਂ ਨੇ ਕੁਝ ਕੁ ਵੱਖਰੇ ਕੰਮ ਵੀ ਕੀਤੇ, ਜਿਵੇਂ ਕਿ ਐਨ ਮੌਕੇ ਦੇ ਉੱਤੇ ਬੱਕਰੀ ਵੀ ਚੋਣ ਲੱਗ ਪਏ। ਉਹਨਾਂ ਦੇ ਵੱਲੋਂ ਕਈ ਹੋਰ ਕੰਮ ਵੀ ਕੀਤੇ ਗਏ ਆ, ਜਿਵੇਂ ਲੋਕਾਂ ਦੇ ਵਿੱਚ ਜਾਂਦੇ ਹੋਏ ਕਿਸੇ ਨੂੰ ਜੱਫੀ ਪਾਉਣੀ। ਉਹਨਾਂ ਨੇ ਆਮ ਵਿਅਕਤੀ ਖੁਦ ਨੂੰ ਦਰਸਾਉਣ ਦੀ 100% ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਸਰਕਾਰ ਦੁਬਾਰਾ ਬਣਾਉਣ 'ਚ ਕਾਮਯਾਬ ਹੋਵਾਂਗੇ, ਪਰ ਉਹ ਕਿੰਨੀ ਕਾਮਯਾਬੀ ਹਾਸਲ ਕਰਦੇ ਆ ਇਹ ਅੱਜ ਹੁਣ ਤੋਂ ਕੁਝ ਮਿੰਟਾਂ ਬਾਅਦ ਪਤਾ ਲੱਗਣ ਦਾ ਰੁਝਾਨ ਸ਼ੁਰੂ ਹੋ ਜਾਣਾ। ਕਿਉਂਕਿ ਜਦੋਂ ਪਹਿਲੇ 2-3 ਗੇੜਾਂ ਦੇ ਵਿੱਚ ਕੋਈ ਅੱਗੇ ਰਹਿ ਜੇ ਤਾਂ ਫਿਰ ਅਗਲੇ ਗੇੜ ਦੇ ਵਿੱਚ ਭਾਵੇਂ ਉਹ ਉਮੀਦਵਾਰ ਪਿੱਛੇ ਵੀ ਰਹਿ ਜਾਏ ਤਾਂ ਫਿਰ ਇਉਂ ਲੱਗਦਾ ਕਿ ਨਹੀਂ ਯਾਰ ਹੁਣ ਇਹ ਨਾ ਜਿਹੜੀ ਆ ਇਹ ਅਗੇਤ ਪਛੇਤਾ ਇਹ ਤੋੜਨੀ ਬੜੀ ਔਖੀ ਹੈ। ਅਕਾਲੀ ਦਲ ਦੇ ਵੱਲੋਂ ਬਸਪਾ ਨਾਲ ਲੰਮੇ ਸਮੇਂ ਬਾਅਦ ਗੱਠਜੋੜ ਕੀਤਾ ਗਿਆ ਤੇ ਐਤਕੀ ਉਹਨਾਂ ਦੇ ਵੱਲੋਂ ਨੈਟ ਕੇ ਪ੍ਰਚਾਰ ਵੀ ਕੀਤਾ ਗਿਆ, ਪਰ ਉਹ ਕਿੱਥੇ ਜੇ ਜਾ ਕੇ ਖੜਦੇ ਵੀ ਸਮਾਂ ਦੱਸੂ। ਬੀਜੇਪੀ ਇਸ ਗੱਲ ਨੂੰ ਕਬੂਲ ਕਰਦੀ ਆ ਕਿ ਅਸੀਂ 20-25 ਸੀਟਾਂ ਨਹੀਂ ਜਿੱਤਦੇ, ਪਰ ਕਿੰਨੀਆਂ ਕੁ ਜਿੱਤਦੇ ਆ। ਕਈ ਲੋਕ ਕਹਿੰਦੇ 5, ਕੋਈ ਕਹਿੰਦਾ 7, ਕੋਈ ਕਹਿੰਦਾ 12, ਕੋਈ ਕਹਿੰਦਾ 15। ਇਹ ਵੀ ਸਮਾਂ ਬਿਆਨ ਕਰੂਗਾ। ਸੋ ਬਹੁਤ ਕੁਝ ਅੱਜ ਕਲੀਅਰ ਹੋ ਜਾਣਾ। ਪਰ ਬੇਨਤੀ ਇਹ ਆ ਵੀ ਜਿੱਤੇ ਜਾਂ ਕੋਈ ਹਾਰੇ, ਪੰਜਾਬ ਦੇ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਵੇ। ਪੰਜਾਬ ਦੇ ਲੋਕ ਆਪਸ ਦੇ ਵਿੱਚ ਲੜਨ ਨਾ। ਅਸੀਂ ਲੜ ਕੇ ਸਿਰ ਪਾੜ ਕੇ ਪਰਚੇ ਕਰਵਾ ਕੇ ਬਹੁਤ ਸਾਰੀਆਂ ਵੰਡੀਆਂ ਪਾਈਆਂ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਵੀ ਅੱਜ ਜਿਹੜਾ ਵੀ ਜਿੱਤਿਆ ਉਹ ਹੋਛਾਪਣ ਨਾ ਦਿਖਾਵੇ, ਉਹਦੇ ਸਮਰਥਕ ਆ ਜਿਹੜੇ ਹੋਛਾਪਣ ਨਾ ਦਿਖਾਉਣ। ਇਹ ਨਾ ਹੋਵੇ ਚੱਕ ਕੇ ਢੋਲ ਆਪਾਂ ਤੇ ਜਿਹੜਾ ਹਾਰਿਆ ਉਹਦੇ ਘਰ ਦੇ ਮੂਹਰੇ ਵਜਾਉਣ ਲੱਗ ਜਾਈਏ। ਮਾੜਾ ਮੋਟਾ ਮਰਿਆਦਾ ਦਾ ਪਾਲਣ ਵੀ ਕਰਨਾ, ਅਸੀਂ ਨਜ਼ਾਕਤ ਵਾਲੀ ਜ਼ਿੰਦਗੀ ਵੀ ਜਿਉਣੀ ਆ। ਤੇ ਜਿਹੜਾ ਹਾਰਿਆ ਉਹ ਵੀ ਇਸ ਗੱਲ ਦਾ ਅਹਿਦ ਕਰੇ ਕਿ ਜਿਹੜੇ ਕਾਰਨ ਨੇ ਮੇਰੇ ਹਾਰ ਦੇ ਤੇ ਉਹ ਮੈਂ ਦੂਰ ਕਰਕੇ ਤੇ ਭਵਿੱਖ ਦੇ ਵਿੱਚ ਸਫਲਤਾ ਹਾਸਲ ਕਰਨੀ ਹੈ। ਸੋ ਜਿੱਤ ਹਾਰ ਬਣੀ ਹੋਈ ਹੈ, ਪਰ ਪੰਜਾਬ ਦੀ ਵਾਗਡੋਰ ਚੰਗਿਆਂ ਦੇ ਹੱਥ ਦੇ ਵਿੱਚ ਆਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਪਰ ਇਹੀ ਬੇਨਤੀ ਆ ਕਿ ਪੰਜਾਬ ਦਾ ਕੁਝ ਚੰਗਾ ਹੋਵੇ, ਪੰਜਾਬ ਦਾ ਕੁਝ ਸੰਵਰ ਜਾਵੇ। ਲੱਡੂ ਆ ਜਿਹੜੇ
ਮਾਫ ਕਰਨਾ, ਲੱਡੂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣ ਰਹੇ ਆ। ਲੁਧਿਆਣੇ ਦੇ ਵਿੱਚ ਕਈ ਹਲਵਾਈਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਕੋਲੇ ਜਿਹੜਾ ਉਹ ਕਈ ਕੁਇੰਟਲ ਇੱਕ ਉਮੀਦਵਾਰ ਨੇ ਲੱਡੂਆਂ ਦੇ ਆਰਡਰ ਦਿੱਤੇ ਹੋਏ ਆ। ਅੱਜ ਕਿੰਨਾਂ ਦੇ ਲੱਡੂ ਫਿੱਕੇ ਰਹਿੰਦੇ ਆ ਤੇ ਕਿੰਨਾਂ ਦੇ ਲੱਡੂਆਂ ਦਾ ਮੁੱਲ ਮੁੜਦਾ, ਅੱਜ ਕਿੰਨਾਂ ਦੀ ਤੂਤੀ ਬੋਲਦੀ ਹੈ ਤੇ ਕਿੰਨਾਂ ਦੀ ਜਿਹੜੀ ਗੋਡੀ ਲੱਗਦੀ ਹੈ, ਇਹ ਸਮਾਂ ਦੱਸ ਦੂਗਾ। ਕੁਝ ਕੁ ਘੰਟਿਆਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਣਾ। ਪਰ ਗੱਲ ਇਹ ਹੈ ਅਸਲ ਦੇ ਵਿੱਚ ਕਿ ਕਾਂਗਰਸ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਅੰਦਰ ਖਾਤੇ ਕੁਝ ਕੁ ਡਰ ਪਿਛਲੇ ਕੁਝ ਦਿਨਾਂ ਤੋਂ ਸਤਾ ਰਹੇ ਆ। ਕਾਂਗਰਸ ਨੂੰ ਇਸ ਕਰਕੇ ਡਰ ਸਤਾ ਰਿਹਾ ਵੀ ਕਿਤੇ ਸਾਡੇ ਨਾਲ ਗੋਆ ਵਾਲੀ ਨਾ ਹੋਵੇ, ਮਨੀਪੁਰ ਵਾਲੀ ਨਾ ਹੋਵੇ। ਕਾਂਗਰਸ ਨੂੰ ਉੱਥੇ ਵੱਧ ਸੀਟਾਂ ਮਿਲੀਆਂ ਸੀ ਪਰ ਬੀਜੇਪੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਸੀ। ਛੱਤੀਸਗੜ੍ਹ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਆਪਣੇ ਹੋਟਲ ਬੁੱਕ ਕਰਵਾ ਕੇ ਰੱਖੇ ਗਏ ਆ। ਜਿਹੜੇ ਕਾਂਗਰਸ ਦੇ ਜੇਤੂ ਹੋਣਗੇ, ਜੇਕਰ ਬਹੁਮਤ ਨਹੀਂ ਮਿਲਦਾ ਤਾਂ ਉਹਨਾਂ ਥਾਵਾਂ ਦੇ ਉੱਤੇ ਲਿਜਾ ਕੇ ਵਿਧਾਇਕ ਸਾਂਭ ਕੇ ਰੱਖੇ ਜਾਣਗੇ। ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜੇ ਤਾਂ ਬਹੁਮਤ ਮਿਲ ਗਿਆ ਤਾਂ ਬਹੁਤ ਵਧੀਆ ਗੱਲ ਆ, ਪਰ ਜੇ ਨਾ ਮਿਲਿਆ ਤਾਂ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਆਪਣੇ ਵਿਧਾਇਕ ਸਾਂਭ ਕੇ ਰੱਖਣ ਦਾ ਪ੍ਰਬੰਧ ਕੀਤਾ ਹੋਇਆ। ਸੋ ਇਦਾਂ ਦੇ ਪ੍ਰਬੰਧ ਵੀ ਚੱਲ ਰਹੇ ਆ। ਪਰ ਮੈਨੂੰ ਪਿਛਲੇ 2-3 ਦਿਨਾਂ ਦੇ ਕਈ ਬਿਆਨ ਵੀ ਚੇਤੇ ਆਉਂਦੇ ਆ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਕੁਝ ਆਗੂਆਂ ਨੇ ਕਿਹਾ ਕਿ ਕਾਊਂਟਡਾਊਨ ਸ਼ੁਰੂ ਹੋ ਗਿਆ, ਸਿਸਮਾ ਫਾਰਮ ਹਾਊਸ ਦੇ ਵਿੱਚ ਰਾਜਨੀਤਿਕ ਸ਼ੋਅ ਚੱਲਣਾ, ਕਮਾਲ ਹੋ ਜਾਣੀ ਆ, ਪਾਸਾ ਬਦਲ ਦਿਆਂਗੇ, ਬਾਜ਼ੀ ਪਲਟ ਦਿਆਂਗੇ। ਉਹ ਹੁਣ ਬਾਜ਼ੀ ਕਿੰਨੀ ਕੁ ਪਲਟਦੇ ਆ, ਕਿਵੇਂ ਪਲਟਦੇ ਆ, ਇਹਦੇ ਵੱਲ ਵੀ ਪੰਜਾਬ ਦੇ ਲੋਕਾਂ ਦਾ ਧਿਆਨ ਕੇਂਦਰਿਤ ਰਹਿਣਾ। ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ ਉਹਨਾਂ ਦਾ ਧਿਆਨ ਇਸ ਵਕਤ ਇਸੇ ਗੱਲ ਦੇ ਉੱਤੇ ਟਿਕਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਹਾਰੂ ਜਾਂ ਫਿਰ ਜਿੱਤੂ, ਧੂਰੀ ਦੇ ਵਿੱਚ ਭਗਵੰਤ ਮਾਨ ਹਾਰੂ ਜਾਂ ਜਿੱਤੂ, ਦਲਵੀਰ ਸਿੰਘ ਗੋਲਡੀ ਦਾ ਕੀ ਬਣੂ, ਹਾਰੂ ਜਾਂ ਜਿੱਤੂ, ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੂੰ ਮਾਤ ਦੇ ਕੇ ਤੇ ਡਾਕਟਰ ਜੀਵਨਜੋਤ ਕੌਰ ਤਾਂ ਨਹੀਂ ਜਿੱਤੂ, ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਇਸ ਪੜਾਅ ਦੇ ਉੱਤੇ ਹਾਰੂ ਜਾਂ ਫਿਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਕੇ ਜਿੱਤੂ। ਸੋ ਇਸੇ ਤਰੀਕੇ ਦੇ ਨਾਲ ਆ ਮਾਨਸੇ ਵਾਲੀ ਸੀਟ ਸਿੱਧੂ ਮੂਸੇਵਾਲਾ ਹਾਰੂ ਜਾਂ ਫਿਰ ਜਿੱਤੂ, ਡਾਕਟਰ ਵਿਜੇ ਸਿੰਗਲਾ ਦੇ ਵੱਲੋਂ ਕਮਾਲ ਕੀਤੀ ਜਾਊ ਜਾਂ ਫਿਰ ਨਹੀਂ। ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸੀਟਾਂ ਹੈਗੀਆਂ। ਸੋ ਉਹਨਾਂ ਸੀਟਾਂ ਦੇ ਵੱਲ ਧਿਆਨ ਕੇਂਦਰਿਤ ਰਹਿਣਾ ਪੰਜਾਬ ਦੇ ਲੋਕਾਂ ਦਾ। ਪੰਜਾਬ ਦੀਆਂ 1 ਦਰਜਨ ਦੇ ਕਰੀਬ ਐਤਕੀ ਸੀਟਾਂ ਸੁਪਰ ਹੌਟ ਆ ਜਿਨ੍ਹਾਂ ਦੇ ਵੱਲ ਪੰਜਾਬੀਆਂ ਦੀ ਨਿਗਾਹ ਵੀ ਟਿਕੀ ਹੋਈ ਹੈ। ਸੱਟਾ ਬਾਜ਼ਾਰ ਵੀ ਸਿਖਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ। ਲੋਕਾਂ ਨੇ ਸ਼ਰਤਾਂ ਵੀ 5-5 ਲੱਖ ਰੁਪਏ ਦੀਆਂ ਲਾਈਆਂ ਹੋਈਆਂ। ਸੋ ਪਤਾ ਨਹੀਂ ਬਣਨਾ ਕੀ ਹੈ, ਪਰ ਇਹ ਗੱਲ ਪੱਕੀ ਹੈ ਜਿਹੜੇ ਅੱਜ ਨਤੀਜੇ ਆਉਣਗੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ 2 ਤੋਂ ਲੈ ਕੇ 3000 ਵੋਟਾਂ ਦੇ ਮਾਰਜਨ ਨਾਲ ਜਿੱਤਣਗੇ ਜਾਂ ਹਾਰਨਗੇ। ਕਿਉਂਕਿ ਜਦੋਂ ਵੱਡਾ ਮੁਕਾਬਲਾ ਹੋਵੇ, 5-5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ, ਉਦੋਂ ਜਿੱਤ ਹਾਰ ਦਾ ਮਾਰਜਨ ਥੋੜਾ ਰਹਿ ਜਾਂਦਾ। ਸੋ ਸਮਾਂ ਦੱਸੂਗਾ ਕੀ ਬਣਦਾ। ਆਪ ਜਿੱਤੂ, ਅਕਾਲੀ ਦਲ ਤੇ ਬੀਜੇਪੀ ਮਿਲ ਕੇ ਸਰਕਾਰ ਬਣਾਉਣਗੇ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਸਰਕਾਰ ਬਣਾਊ ਜਾਂ ਫਿਰ ਵਿੱਚ ਵਿਚਾਲੇ ਕੋਈ ਹੋਰ ਚਮਤਕਾਰ ਹੋ। ਕਿਸੇ ਦਾ ਅੰਦਾਜ਼ਾ ਇਹ ਵੀ ਹੋ ਸਕਦਾ ਕਿ ਰਾਜਪਾਲ ਰਾਜ ਜਿਹੜਾ ਗਵਰਨਰ ਰਾਜ ਲੱਗੂ ਪੰਜਾਬ ਦੇ ਵਿੱਚ। ਸੋ ਕੁਝ ਨਹੀਂ ਕਹਿ ਸਕਦੇ। ਪੱਤਰਕਾਰ ਦਾ ਕੰਮ ਹੁੰਦਾ ਜਾਣਕਾਰੀ ਦੇਣਾ। ਜੇ ਅਸੀਂ ਇਹ ਗੱਲ ਕਹਿ ਦਈਏ ਕਿ ਫਲਾਣੀ ਪਾਰਟੀ ਜਿੱਤੂ ਤਾਂ ਹੋ ਸਕਦਾ ਕਿਸੇ ਨੂੰ ਇਹ ਗੱਲ ਬੁਰੀ ਲੱਗੇ, ਕੋਈ ਇਹ ਗੱਲ ਸੁਣਨੀ ਨਾ ਪਸੰਦ ਕਰਦਾ ਹੋਵੇ। ਪਰ ਗੱਲ ਇਹ ਹੈ ਵੀ ਸਮੇਂ ਨੇ ਸਾਰੀ ਸਥਿਤੀ ਕੁਝ ਕੁ ਮਿੰਟਾਂ ਬਾਅਦ ਬਿਆਨ ਕਰ ਦੇਣੀ ਆ। ਚੰਗੇ ਜਿੱਤਣ ਤੇ ਚੰਗਿਆਂ ਵੱਲੋਂ ਜੇਕਰ ਚੰਗਿਆਂ ਨੂੰ ਵੋਟਾਂ ਪਾਈਆਂ ਗਈਆਂ ਤਾਂ ਚੰਗੇ ਹੀ ਜਿੱਤਣਗੇ। ਪਰ ਇਹ ਗੱਲ ਜ਼ਰੂਰ ਹੈ ਵੀ ਲੋਕਾਂ ਨੇ ਜਿਹਨੂੰ ਵੋਟਾਂ ਪਾਈਆਂ ਜਿੱਤਣਾ ਆਉਣਾ ਹੀ ਆ। ਤੇ ਜਿਹੋ ਜਿਹੇ ਲੋਕ ਪੰਜਾਬ ਦੀ ਕਾਮਨਾ ਕਰਦੇ ਆ ਉਹੋ ਜਿਹੇ ਲੋਕ ਸਾਡੇ ਮੂਹਰੇ ਆਉਣਗੇ। ਤੇ ਜੇਕਰ ਅਸੀਂ ਚੰਗਿਆਂ ਨੂੰ ਵੋਟਾਂ ਪਾਈਆਂ, ਨਿੱਠ ਕੇ ਇਮਾਨਦਾਰੀ ਨਾਲ ਪਾਈਆਂ, ਤਾਂ ਫਿਰ ਤਾਂ ਇਮਾਨਦਾਰ ਜਿੱਤਣਗੇ। ਤੇ ਜੇਕਰ ਅਸੀਂ ਲੈ ਦੇ ਕੇ ਪਾਈਆਂ ਤੇ ਦਾਰੂ ਦੀਆਂ ਘੁੱਟਾਂ ਨਾਲ ਪਾਈਆਂ ਤੇ ਫਿਰ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕਰਨ ਦਾ ਹੱਕ ਨਾ ਕਦੇ ਸੀ ਤੇ ਨਾ ਹੀ ਹੋਣਾ ਚਾਹੀਦਾ ਕਿ ਪੰਜਾਬ ਦਾ ਬੁਰਾ ਹਾਲ ਹੋਈ ਜਾਂਦਾ। ਪੰਜਾਬ ਦਾ ਹਾਲ ਸੁਧਰੇ, ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਦੀ ਜਵਾਨੀ ਨੂੰ ਦੇਸ਼ ਛੱਡ ਕੇ ਨਾ ਜਾਣਾ ਪਵੇ, ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇ, ਪੰਜਾਬ ਦੇ ਵਪਾਰੀ ਜ਼ਿੰਦਾਬਾਦ ਰਹਿਣ, ਪੰਜਾਬ ਦੇ ਲੋਕ ਆ ਜਿਹੜੇ ਉਹ ਉਹਨਾਂ ਦੇ ਚਿਹਰੇ ਦਗਦਗ ਕਰਦੇ ਹੋਏ ਸਾਨੂੰ ਮਿਲਣ। ਤੇ ਇਹ ਅਸੀਂ ਕਾਮਨਾ ਕਰਦੇ ਹਾਂ। ਸੋ ਜੋ ਵੀ ਜਾਣਕਾਰੀ ਅੱਜ ਆਈ ਉਹ ਅਸੀਂ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਸਾਹਮਣੇ ਕਰਦੇ ਰਹਿਣਾ। ਸਵੇਰ ਤੋਂ ਲੈ ਕੇ ਦੇਰ ਆਥਣ ਤੱਕ, ਰਾਤ ਤੱਕ ਅਸੀਂ ਪਲ ਪਲ ਦੀ ਜਾਣਕਾਰੀ ਸਾਂਝੀ ਕਰਾਂਗੇ ਨਤੀਜਿਆਂ ਦੇ ਬਾਰੇ। ਸੋ ਤੁਸੀਂ ਜੁੜੇ ਰਹੋ, ਲਗਾਤਾਰਤਾ ਬਣਾਈ ਰੱਖਣੀ ਹੈ। ਜੋ ਜਾਣਕਾਰੀ ਤੁਹਾਡੇ ਕੋਲੇ ਆਉਂਦੀ ਹੈ ਤੁਸੀਂ ਅਜੀਤ ਵੈਬ ਟੀਵੀ ਨੂੰ ਭੇਜਣੀ ਨਾ ਭੁੱਲਿਓ। ਤੇ ਜੋ ਸਾਡੇ ਕੋਲੇ ਪਹੁੰਚਦੀ ਹੈ ਅਸੀਂ ਤੁਹਾਨੂੰ ਪਰਿਵਾਰ ਦੇ ਜੀ ਸਮਝਦੇ ਹਾਂ। ਅਸੀਂ ਕੱਲੇ ਮਿੰਟ ਦੀ ਜਾਣਕਾਰੀ ਸਾਂਝੀ ਕਰਾਂਗੇ। ਹੁਣ ਦਿਓ ਆਗਿਆ, ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ। ਘੜੀ ਫੈਸਲੇ ਦੀ ਆ ਗਈ ਹੈ। ਹੁਣ ਤੋਂ ਕੁਝ ਮਿੰਟਾਂ ਬਾਅਦ ਪੰਜਾਬ ਦੇ ਵਿੱਚ ਤੇ ਬਾਕੀ ਹੋਰ 4 ਸੂਬੇ ਯਾਨੀ ਕਿ ਕੁੱਲ 5 ਸੂਬਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ। ਜਿੱਤੂ ਕੌਣ, ਹਾਰੂ ਕੌਣ, ਇਹ ਕੁਝ ਮਿੰਟ ਪਹਿਲਾਂ ਜਾਂ ਲਗਭਗ 1 ਘੰਟਾ ਪਹਿਲਾਂ ਦੱਸਣ ਵਾਲੀ ਗੱਲ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ। ਜੇ ਗੱਲ ਇਕੱਲੇ ਅਸੀਂ ਪੰਜਾਬ ਤੱਕ ਸੀਮਿਤ ਰੱਖੀਏ ਤਾਂ ਪੰਜਾਬ ਦੇ ਵਿੱਚ ਲਗਭਗ ਪਿਛਲੇ 3 ਮਹੀਨੇ ਤੋਂ ਜੋ ਕੁਝ ਚੱਲਿਆ ਤੇ ਜਿਵੇਂ ਚੱਲਿਆ ਉਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਅਸੀਂ ਸਮੇਂ-ਸਮੇਂ ਦੇ ਉੱਤੇ ਅਜੀਤ ਵੈਬ ਟੀਵੀ ਤੇ ਸਾਂਝੀਆਂ ਕਰਦੇ ਰਹੇ ਹਾਂ। ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਇਤਕੀ 1, 2 ਜਾਂ 3 ਪਾਰਟੀਆਂ ਦੇ ਵਿੱਚ ਨਹੀਂ, 5 ਪਾਰਟੀਆਂ ਦੇ ਵਿੱਚ ਹੈ।
ਪੰਜਾਬ ਦੇ ਵਿੱਚ ਐਤਕੀ 1304 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਮਸ਼ੀਨਾਂ ਦੇ ਵਿੱਚ ਬੰਦ ਹੈ, ਜਿਹੜੀ ਕਿ ਹੁਣ ਤੋਂ ਕੁਝ ਕੁ ਮਿੰਟਾਂ ਬਾਅਦ ਖੁੱਲਣੀ ਸ਼ੁਰੂ ਹੋਣੀ ਹੈ। ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ 10:30 11 ਵਜੇ ਤੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਸਵੀਰ ਸਾਫ਼ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ, ਅਕਾਲੀ ਦਲ ਨੂੰ ਕਿੰਨੀਆਂ ਕੁ ਸੀਟਾਂ ਮਿਲਦੀਆਂ, ਕਾਂਗਰਸ ਦਾ ਕਿੰਨਾ ਕੁ ਸਨਮਾਨ ਬਚਦਾ, ਬੀਜੇਪੀ ਦੇ ਹਿੱਸੇ ਕੀ ਆਉਂਦਾ ਹੈ ਤੇ ਬਾਕੀ ਜਿਹੜੀਆਂ ਛੋਟੀਆਂ ਵੱਡੀਆਂ ਧਿਰਾਂ ਉਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ। ਸੰਯੁਕਤ ਸਮਾਜ ਮੋਰਚਾ ਕਿਹੜੇ ਮੋੜ ਦੇ ਉੱਤੇ ਜਾ ਕੇ ਖੜਦਾ। ਪਰ ਜਦੋਂ 5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ ਉਦੋਂ ਭੰਬਲ ਭੂਸਾ ਬਣਿਆ ਰਹਿੰਦਾ। ਉਦੋਂ ਭੰਬਲ ਭੂਸਾ ਇਸ ਕਰਕੇ ਬਣਿਆ ਰਹਿੰਦਾ ਵੀ ਪਤਾ ਨਹੀਂ ਕਿਹਨੇ ਕਿਹਦੀ ਕਿੰਨੀ ਵੋਟ ਤੋੜੀ ਹੋਣੀ ਆ। ਇੱਦਾਂ ਹੁੰਦਾ ਵੀ ਰਿਹਾ ਪਰ ਹੋਇਆ ਪਹਿਲੀ ਵਾਰ ਨਹੀਂ, ਕਿਉਂਕਿ ਇਸ ਤੋਂ ਪਹਿਲਾਂ 3 ਪਾਰਟੀਆਂ ਦਾ ਮੁਕਾਬਲਾ ਹੁੰਦਾ, ਉਸ ਤੋਂ ਪਹਿਲਾਂ 12 ਦੇ ਵਿੱਚ 2 ਪਾਰਟੀਆਂ ਦਾ ਮੁਕਾਬਲਾ ਸੀ, ਐਤਕੀ 5 ਦਾ ਮੁਕਾਬਲਾ। ਸੋ 1304 ਉਮੀਦਵਾਰ ਨੇ, ਉਹਨਾਂ ਦੇ ਵਿੱਚੋਂ 117 ਜਿੱਤਣੇ ਆ, ਕਈਆਂ ਨੇ ਹਾਰਨਾ, 117 ਜਿੱਤਣਗੇ। ਪਰ ਮਨ ਦੇ ਵਿੱਚ ਸਵਾਲ ਕਈ ਆਉਂਦੇ ਆ ਕਿ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ ਉਹਨਾਂ ਦੇ ਉੱਤੇ ਅੱਜ ਫੈਸਲੇ ਦੀ ਘੜੀ ਤੋਂ ਕੁਝ ਕੁ ਮਿੰਟ ਪਹਿਲਾਂ ਯਕੀਨ ਮੰਨੀਏ ਜਾਂ ਨਾ ਮੰਨੀਏ। ਮੈਂ ਇਸ ਪ੍ਰਸੰਗ ਦੇ ਵਿੱਚ ਅੱਜ ਨਹੀਂ ਜਾਣਾ ਕਿ ਭਾਈ ਫਲਾਣੇ ਐਗਜ਼ਿਟ ਪੋਲ ਨੇ ਕਿਹਾ ਸੀ ਕਿ ਇਹਨੇ ਜਿੱਤਣਾ, ਫਲਾਣੇ ਨੇ ਕਿਹਾ ਇਹਨੇ ਹਾਰ ਜਾਣਾ, ਫਲਾਣੇ ਨੇ ਆਹ ਗੱਲ ਕਹੀ, ਫਲਾਣੇ ਨੇ ਆਹ ਕਹੀ। ਹੁਣ ਉਹਦੀ ਕੋਈ ਤੁਕ ਨਹੀਂ ਬਣਦੀ, ਕੁਝ ਕੁ ਮਿੰਟਾਂ ਬਾਅਦ ਸਾਰੀ ਕਹਾਣੀ ਸਭ ਦੇ ਸਮਝ ਆ ਜਾਣੀ ਆ। ਪਰ ਮੇਰੀ ਬੇਨਤੀ ਇਸ ਗੱਲ ਦੀ ਜ਼ਰੂਰ ਹੈ ਵੀ ਜੋ ਅਸਲ ਨਤੀਜਾ ਹੋਊਗਾ ਅੱਜ ਪੰਜਾਬ ਦਾ ਉਹ ਐਗਜ਼ਿਟ ਪੋਲ ਦੇ ਬਰਾਬਰ ਜ਼ਰੂਰ ਰੱਖਿਓ ਤੇ ਭਵਿੱਖ ਦੇ ਲਈ ਰਾਏ ਜ਼ਰੂਰ ਬਣਾਈਏ ਆਪਾਂ ਕਿ ਆਪਾਂ ਇਹਨਾਂ ਦੇ ਉੱਤੇ ਕਦੇ ਯਕੀਨ ਕਰਨਾ ਜਾਂ ਨਹੀਂ ਕਰਨਾ। ਕੋਈ ਚੈਨਲਾਂ ਨੇ ਇਹ ਗੱਲ ਕਹੀ ਕਿ ਫਲਾਣੀ ਪਾਰਟੀ 100 ਸੀਟ ਲੈ ਕੇ ਜਾਊ, ਕਿਸੇ ਨੇ ਕਿਹਾ ਜੀ ਕਿ 30 ਤੋਂ ਵੱਧ ਨਹੀਂ ਲਿਜਾਂਦੀ, ਕਿਸੇ ਨੇ ਕਿਹਾ ਜੀ ਫਲਾਣੀ ਪਾਰਟੀ 40 ਸੀਟਾਂ ਲੈ ਕੇ ਜਾਊ, ਕਿਸੇ ਨੇ ਕਿਹਾ ਨਾ ਇਹ ਤਾਂ 13 ਤੋਂ ਨਹੀਂ ਵੱਧਦੀ। ਸੋ ਇਸ ਕਰਕੇ ਜੋ ਅਸਲ ਨਤੀਜਾ ਹੋਊਗਾ ਉਹ ਐਗਜ਼ਿਟ ਪੋਲ ਦੇ ਬਰਾਬਰ ਰੱਖ ਕੇ ਫੇਰ ਹੀ ਪਤਾ ਲੱਗਣਾ ਵੀ ਭਾਈ ਭਵਿੱਖ ਦੇ ਵਿੱਚ ਇਹਨਾਂ ਨੂੰ ਅਸੀਂ ਡੰਗ ਟਪਾਊ ਚੀਜ਼ ਮੰਨੀਏ, ਇਹਨਾਂ ਨੂੰ ਪੇੜ ਮੰਨੀਏ, ਸੱਟਾ ਬਾਜ਼ਾਰ ਦੀ ਦੇਣ ਮੰਨੀਏ, ਜਾਂ ਸੱਚੀ ਮੁੱਚੀ ਇਹਨਾਂ ਦੇ ਵੱਲੋਂ ਕੋਈ ਚਮਤਕਾਰੀ ਨਤੀਜਾ ਪੇਸ਼ ਕਰਨ ਦੇ ਨੇੜੇ ਤੇੜੇ ਪਹੁੰਚਿਆ ਜਾਂਦਾ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ, ਪਰ ਇਹ ਸਮਾਂ ਦੱਸੂਗਾ ਵੀ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ। ਮੈਂ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਤੇ ਅੱਜ ਵੀ ਇਹ ਗੱਲ ਕਰਨੀ ਬਣਦੀ ਹੈ ਕਿ ਭਗਵੰਤ ਮਾਨ ਦੇ ਸੀਐਮ ਕੈਂਡੀਡੇਟ ਬਣਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਨਵਾਂ ਹੁਲਾਰਾ ਮਿਲਿਆ, ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਜੋਸ਼ ਆਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਭਗਵੰਤ ਮਾਨ ਨਾ ਸੀਐਮ ਕੈਂਡੀਡੇਟ ਬਣਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਲੱਕ ਟੁੱਟਿਆ ਪਿਆ ਸੀ ਪੰਜਾਬ ਦੇ ਵਿੱਚ। ਤੇ ਜੇਕਰ ਅਸੀਂ ਗੱਲ ਕਰਦੇ ਕਾਂਗਰਸ ਦੀ, ਕਾਂਗਰਸ ਦੇ ਵੱਲੋਂ 111 ਦਿਨ ਦੇ ਲਈ ਮੌਕਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ। ਚੰਨੀ ਹੋਰਾਂ ਨੇ ਬਹੁਤ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕੰਮਾਂ ਤੋਂ ਵੱਧ ਬੋਰਡ ਲੱਗੇ ਆ। ਉਹਨਾਂ ਨੇ ਕੁਝ ਕੁ ਵੱਖਰੇ ਕੰਮ ਵੀ ਕੀਤੇ, ਜਿਵੇਂ ਕਿ ਐਨ ਮੌਕੇ ਦੇ ਉੱਤੇ ਬੱਕਰੀ ਵੀ ਚੋਣ ਲੱਗ ਪਏ। ਉਹਨਾਂ ਦੇ ਵੱਲੋਂ ਕਈ ਹੋਰ ਕੰਮ ਵੀ ਕੀਤੇ ਗਏ ਆ, ਜਿਵੇਂ ਲੋਕਾਂ ਦੇ ਵਿੱਚ ਜਾਂਦੇ ਹੋਏ ਕਿਸੇ ਨੂੰ ਜੱਫੀ ਪਾਉਣੀ। ਉਹਨਾਂ ਨੇ ਆਮ ਵਿਅਕਤੀ ਖੁਦ ਨੂੰ ਦਰਸਾਉਣ ਦੀ 100% ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਸਰਕਾਰ ਦੁਬਾਰਾ ਬਣਾਉਣ 'ਚ ਕਾਮਯਾਬ ਹੋਵਾਂਗੇ, ਪਰ ਉਹ ਕਿੰਨੀ ਕਾਮਯਾਬੀ ਹਾਸਲ ਕਰਦੇ ਆ ਇਹ ਅੱਜ ਹੁਣ ਤੋਂ ਕੁਝ ਮਿੰਟਾਂ ਬਾਅਦ ਪਤਾ ਲੱਗਣ ਦਾ ਰੁਝਾਨ ਸ਼ੁਰੂ ਹੋ ਜਾਣਾ। ਕਿਉਂਕਿ ਜਦੋਂ ਪਹਿਲੇ 2-3 ਗੇੜਾਂ ਦੇ ਵਿੱਚ ਕੋਈ ਅੱਗੇ ਰਹਿ ਜੇ ਤਾਂ ਫਿਰ ਅਗਲੇ ਗੇੜ ਦੇ ਵਿੱਚ ਭਾਵੇਂ ਉਹ ਉਮੀਦਵਾਰ ਪਿੱਛੇ ਵੀ ਰਹਿ ਜੇ ਤਾਂ ਫਿਰ ਇਉਂ ਲੱਗਦਾ ਕਿ ਨਹੀਂ ਯਾਰ ਹੁਣ ਇਹ ਨਾ ਜਿਹੜੀ ਆ ਇਹ ਅਗੇਤ ਪਛੇਤਾ ਇਹ ਤੋੜਨੀ ਬੜੀ ਔਖੀ ਹੈ। ਅਕਾਲੀ ਦਲ ਦੇ ਵੱਲੋਂ ਬਸਪਾ ਨਾਲ ਲੰਮੇ ਸਮੇਂ ਬਾਅਦ ਗੱਠਜੋੜ ਕੀਤਾ ਗਿਆ ਤੇ ਐਤਕੀ ਉਹਨਾਂ ਦੇ ਵੱਲੋਂ ਨੈੱਟ ਕੇ ਪ੍ਰਚਾਰ ਵੀ ਕੀਤਾ ਗਿਆ, ਪਰ ਉਹ ਕਿੱਥੇ ਜੇ ਜਾ ਕੇ ਖੜਦੇ ਵੀ ਸਮਾਂ ਦੱਸੂ। ਬੀਜੇਪੀ ਇਸ ਗੱਲ ਨੂੰ ਕਬੂਲ ਕਰਦੀ ਆ ਕਿ ਅਸੀਂ 20-25 ਸੀਟਾਂ ਨਹੀਂ ਜਿੱਤਦੇ, ਪਰ ਕਿੰਨੀਆਂ ਕੁ ਜਿੱਤਦੇ ਆ? ਕਈ ਲੋਕ ਕਹਿੰਦੇ 5, ਕੋਈ ਕਹਿੰਦਾ 7, ਕੋਈ ਕਹਿੰਦਾ 12, ਕੋਈ ਕਹਿੰਦਾ 15, ਇਹ ਵੀ ਸਮਾਂ ਬਿਆਨ ਕਰੂਗਾ। ਸੋ ਬਹੁਤ ਕੁਝ ਅੱਜ ਕਲੀਅਰ ਹੋ ਜਾਣਾ। ਪਰ ਬੇਨਤੀ ਇਹ ਆ ਵੀ ਜਿੱਤੇ ਜਾਂ ਕੋਈ ਹਾਰੇ, ਪੰਜਾਬ ਦੇ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ। ਪੰਜਾਬ ਦੇ ਲੋਕ ਆਪਸ ਦੇ ਵਿੱਚ ਲੜਨ ਨਾ, ਅਸੀਂ ਲੜ ਕੇ ਸਿਰ ਪਾੜ ਕੇ ਪਰਚੇ ਕਰਵਾ ਕੇ ਬਹੁਤ ਸਾਰੀਆਂ ਵੰਡੀਆਂ ਪਾਈਆਂ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਵੀ ਅੱਜ ਜਿਹੜਾ ਵੀ ਜਿੱਤਿਆ ਉਹ ਹੋਛਾਪਣ ਨਾ ਦਿਖਾਵੇ, ਉਹਦੇ ਸਮਰਥਕ ਆ ਜਿਹੜੇ ਹੋਛਾਪਣ ਨਾ ਦਿਖਾਉਣ। ਇਹ ਨਾ ਹੋਵੇ ਚੱਕ ਕੇ ਢੋਲ ਆਪਾਂ ਤੇ ਜਿਹੜਾ ਹਾਰਿਆ ਉਹਦੇ ਘਰ ਦੇ ਮੂਹਰੇ ਵਜਾਉਣ ਲੱਗ ਜਾਈਏ। ਮਾੜਾ ਮੋਟਾ ਮਰਿਆਦਾ ਦਾ ਪਾਲਣ ਵੀ ਕਰਨਾ, ਅਸੀਂ ਨਜ਼ਾਕਤ ਵਾਲੀ ਜ਼ਿੰਦਗੀ ਵੀ ਜਿਉਣੀ ਆ। ਤੇ ਜਿਹੜਾ ਹਾਰਿਆ ਉਹ ਵੀ ਇਸ ਗੱਲ ਦਾ ਅਹਿਦ ਕਰੇ ਕਿ ਜਿਹੜੇ ਕਾਰਨ ਨੇ ਮੇਰੇ ਹਾਰ ਦੇ ਤੇ ਉਹ ਮੈਂ ਦੂਰ ਕਰਕੇ ਤੇ ਭਵਿੱਖ ਦੇ ਵਿੱਚ ਸਫਲਤਾ ਹਾਸਲ ਕਰਨੀ ਹੈ। ਸੋ ਜਿੱਤ ਹਾਰ ਬਣੀ ਹੋਈ ਹੈ, ਪਰ ਪੰਜਾਬ ਦੀ ਵਾਗਡੋਰ ਚੰਗਿਆਂ ਦੇ ਹੱਥ ਦੇ ਵਿੱਚ ਆਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਪਰ ਇਹੀ ਬੇਨਤੀ ਆ ਕਿ ਪੰਜਾਬ ਦਾ ਕੁਝ ਚੰਗਾ ਹੋਵੇ, ਪੰਜਾਬ ਦਾ ਕੁਝ ਸੰਵਰ ਜਾਵੇ। ਲੱਡੂ ਆ ਜਿਹੜੇ ਬਾਪ ਕਰਨਾ, ਲੱਡੂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣ ਰਹੇ ਆ। ਲੁਧਿਆਣੇ ਦੇ ਵਿੱਚ ਕਈ ਹਲਵਾਈਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਕੋਲ ਜਿਹੜਾ ਉਹ ਕਈ ਕੁਇੰਟਲ ਇੱਕ ਉਮੀਦਵਾਰ ਨੇ ਲੱਡੂਆਂ ਦੇ ਆਰਡਰ ਦਿੱਤੇ ਹੋਏ ਆ। ਅੱਜ ਕਿੰਨਾਂ ਦੇ ਲੱਡੂ ਫਿੱਕੇ ਰਹਿੰਦੇ ਆ ਤੇ ਕਿੰਨਾਂ ਦੇ ਲੱਡੂਆਂ ਦਾ ਮੁੱਲ ਮੁੜਦਾ, ਅੱਜ ਕਿੰਨਾਂ ਦੀ ਤੂਤੀ ਬੋਲਦੀ ਆ ਤੇ ਕਿੰਨਾਂ ਦੀ ਜਿਹੜੀ ਗੋਡੀ ਲੱਗਦੀ ਆ, ਇਹ ਸਮਾਂ ਦੱਸ ਦੂਗਾ। ਕੁਝ ਕੁ ਘੰਟਿਆਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਣਾ। ਪਰ ਗੱਲ ਇਹ ਆ ਅਸਲ ਦੇ ਵਿੱਚ ਕਿ ਕਾਂਗਰਸ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਅੰਦਰ ਖਾਤੇ ਕੁਝ ਕੁ ਡਰ ਪਿਛਲੇ ਕੁਝ ਦਿਨਾਂ ਤੋਂ ਸਤਾ ਰਹੇ ਆ। ਕਾਂਗਰਸ ਨੂੰ ਇਸ ਕਰਕੇ ਡਰ ਸਤਾ ਰਿਹਾ ਵੀ ਕਿਤੇ ਸਾਡੇ ਨਾਲ ਗੋਆ ਵਾਲੀ ਨਾ ਹੋਵੇ।
ਮਨੀਪੁਰ ਵਾਲੀ ਨਾ ਹੋਵੇ। ਕਾਂਗਰਸ ਨੂੰ ਉੱਥੇ ਵੱਧ ਸੀਟਾਂ ਮਿਲੀਆਂ ਸੀ ਪਰ ਬੀਜੇਪੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਸੀ। ਛੱਤੀਸਗੜ੍ਹ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਆਪਣੇ ਹੋਟਲ ਬੁੱਕ ਕਰਵਾ ਕੇ ਰੱਖੇ ਗਏ ਆ ਜਿਹੜੇ ਕਾਂਗਰਸ ਦੇ ਜੇਤੂ ਹੋਣਗੇ। ਜੇਕਰ ਬਹੁਮਤ ਨਹੀਂ ਮਿਲਦਾ ਤਾਂ ਉਹਨਾਂ ਥਾਵਾਂ ਦੇ ਉੱਤੇ ਲਿਜਾ ਕੇ ਵਿਧਾਇਕ ਸਾਂਭ ਕੇ ਰੱਖੇ ਜਾਣਗੇ। ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜੇ ਤਾਂ ਬਹੁਮਤ ਮਿਲ ਗਿਆ ਤਾਂ ਬਹੁਤ ਵਧੀਆ ਗੱਲ ਆ, ਪਰ ਜੇ ਨਾ ਮਿਲਿਆ ਤਾਂ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਆਪਣੇ ਵਿਧਾਇਕ ਸਾਂਭ ਕੇ ਰੱਖਣ ਦਾ ਪ੍ਰਬੰਧ ਕੀਤਾ ਹੋਇਆ। ਸੋ ਇਦਾਂ ਦੇ ਪ੍ਰਬੰਧ ਵੀ ਚੱਲ ਰਹੇ ਆ। ਪਰ ਮੈਨੂੰ ਪਿਛਲੇ 2-3 ਦਿਨਾਂ ਦੇ ਕਈ ਬਿਆਨ ਵੀ ਚੇਤੇ ਆਉਂਦੇ ਆ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਵੱਲੋਂ ਕਾਂਗਰਸ ਦੇ ਕੁਝ ਆਗੂਆਂ ਨੇ ਕਿਹਾ ਕਿ ਕਾਊਂਟਡਾਊਨ ਸ਼ੁਰੂ ਹੋ ਗਿਆ, ਸਿਸਮਾ ਫਾਰਮ ਹਾਊਸ ਦੇ ਵਿੱਚ ਰਾਜਨੀਤਿਕ ਸ਼ੋਅ ਚੱਲਣਾ, ਕਮਾਲ ਹੋ ਜਾਣੀ ਆ, ਪਾਸਾ ਬਦਲ ਦਿਆਂਗੇ, ਬਾਜੀ ਪਲਟ ਦਿਆਂਗੇ। ਉਹ ਹੁਣ ਬਾਜੀ ਕਿੰਨੀ ਕੁ ਪਲਟਦੇ ਆ, ਕਿਵੇਂ ਪਲਟਦੇ ਆ, ਇਹਦੇ ਵੱਲ ਵੀ ਪੰਜਾਬ ਦੇ ਲੋਕਾਂ ਦਾ ਧਿਆਨ ਕੇਂਦਰਿਤ ਰਹਿਣਾ। ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ ਉਹਨਾਂ ਦਾ ਧਿਆਨ ਇਸ ਵਕਤ ਇਸੇ ਗੱਲ ਦੇ ਉੱਤੇ ਟਿਕਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਹਾਰੂ ਜਾਂ ਫਿਰ ਜਿੱਤੂ, ਧੂਰੀ ਦੇ ਵਿੱਚ ਭਗਵੰਤ ਮਾਨ ਹਾਰੂ ਜਾਂ ਜਿੱਤੂ, ਦਲਵੀਰ ਸਿੰਘ ਗੋਲਡੀ ਦਾ ਕੀ ਬਣੂ, ਹਾਰੂ ਜਾਂ ਜਿੱਤੂ, ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੂੰ ਮਾਤ ਦੇ ਕੇ ਤੇ ਡਾਕਟਰ ਜੀਵਨਜੋਤ ਕੌਰ ਤਾਂ ਨਹੀਂ ਜਿੱਤੂ, ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਇਸ ਪੜਾਅ ਦੇ ਉੱਤੇ ਹਾਰੂ ਜਾਂ ਫਿਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਕੇ ਜਿੱਤੂ। ਸੋ ਇਸੇ ਤਰੀਕੇ ਦੇ ਨਾਲ ਆ ਮਾਨਸੇ ਵਾਲੀ ਸੀਟ ਸਿੱਧੂ ਮੂਸੇਵਾਲਾ ਹਾਰੂ ਜਾਂ ਫਿਰ ਜਿੱਤੂ, ਡਾਕਟਰ ਵਿਜੇ ਸਿੰਗਲਾ ਦੇ ਵੱਲੋਂ ਕਮਾਲ ਕੀਤੀ ਜਾਊ ਜਾਂ ਫਿਰ ਨਹੀਂ। ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸੀਟਾਂ ਹੈਗੀਆਂ। ਸੋ ਉਹਨਾਂ ਸੀਟਾਂ ਦੇ ਵੱਲ ਧਿਆਨ ਕੇਂਦਰਿਤ ਰਹਿਣਾ ਪੰਜਾਬ ਦੇ ਲੋਕਾਂ ਦਾ। ਪੰਜਾਬ ਦੀਆਂ 1 ਦਰਜਨ ਦੇ ਕਰੀਬ ਐਤਕੀ ਸੀਟਾਂ ਸੁਪਰ ਹੌਟ ਆ ਜਿਨ੍ਹਾਂ ਦੇ ਵੱਲ ਪੰਜਾਬੀਆਂ ਦੀ ਨਿਗਾਹ ਵੀ ਟਿਕੀ ਹੋਈ ਹੈ। ਸੱਟਾ ਬਾਜ਼ਾਰ ਵੀ ਸਿਖਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ। ਲੋਕਾਂ ਨੇ ਸ਼ਰਤਾਂ ਵੀ 5-5 ਲੱਖ ਰੁਪਏ ਦੀਆਂ ਲਾਈਆਂ ਹੋਈਆਂ। ਸੋ ਪਤਾ ਨਹੀਂ ਬਣਨਾ ਕੀ ਹੈ, ਪਰ ਇਹ ਗੱਲ ਪੱਕੀ ਹੈ ਜਿਹੜੇ ਅੱਜ ਨਤੀਜੇ ਆਉਣਗੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ 2 ਤੋਂ ਲੈ ਕੇ 3000 ਵੋਟਾਂ ਦੇ ਮਾਰਜਨ ਨਾਲ ਜਿੱਤਣਗੇ ਜਾਂ ਹਾਰਨਗੇ। ਕਿਉਂਕਿ ਜਦੋਂ ਵੱਡਾ ਮੁਕਾਬਲਾ ਹੋਵੇ, 5-5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ, ਉਦੋਂ ਜਿੱਤ ਹਾਰ ਦਾ ਮਾਰਜਨ ਥੋੜਾ ਰਹਿ ਜਾਂਦਾ। ਸੋ ਸਮਾਂ ਦੱਸੂਗਾ ਕੀ ਬਣਦਾ। ਆਪ ਜਿੱਤੂ, ਅਕਾਲੀ ਦਲ ਤੇ ਬੀਜੇਪੀ ਮਿਲ ਕੇ ਸਰਕਾਰ ਬਣਾਉਣਗੇ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਸਰਕਾਰ ਬਣਾਊ ਜਾਂ ਫਿਰ ਵਿੱਚ ਵਿਚਾਲੇ ਕੋਈ ਹੋਰ ਚਮਤਕਾਰ ਹੋ। ਕਿਸੇ ਦਾ ਅੰਦਾਜ਼ਾ ਇਹ ਵੀ ਹੋ ਸਕਦਾ ਕਿ ਰਾਜਪਾਲ ਰਾਜ ਜਿਹੜਾ ਗਵਰਨਰ ਰਾਜ ਲੱਗੂ ਪੰਜਾਬ ਦੇ ਵਿੱਚ। ਸੋ ਕੁਝ ਨਹੀਂ ਕਹਿ ਸਕਦੇ। ਪੱਤਰਕਾਰ ਦਾ ਕੰਮ ਹੁੰਦਾ ਜਾਣਕਾਰੀ ਦੇਣਾ। ਜੇ ਅਸੀਂ ਇਹ ਗੱਲ ਕਹਿ ਦਈਏ ਕਿ ਫਲਾਣੀ ਪਾਰਟੀ ਜਿੱਤੂ ਤਾਂ ਹੋ ਸਕਦਾ ਕਿਸੇ ਨੂੰ ਇਹ ਗੱਲ ਬੁਰੀ ਲੱਗੇ, ਕੋਈ ਇਹ ਗੱਲ ਸੁਣਨੀ ਨਾ ਪਸੰਦ ਕਰਦਾ ਹੋਵੇ। ਪਰ ਗੱਲ ਇਹ ਹੈ ਵੀ ਸਮੇਂ ਨੇ ਸਾਰੀ ਸਥਿਤੀ ਕੁਝ ਕੁ ਮਿੰਟਾਂ ਬਾਅਦ ਬਿਆਨ ਕਰ ਦੇਣੀ ਆ। ਚੰਗੇ ਜਿੱਤਣ ਤੇ ਚੰਗਿਆਂ ਵੱਲੋਂ ਜੇਕਰ ਚੰਗਿਆਂ ਨੂੰ ਵੋਟਾਂ ਪਾਈਆਂ ਗਈਆਂ ਤਾਂ ਚੰਗੇ ਹੀ ਜਿੱਤਣਗੇ। ਪਰ ਇਹ ਗੱਲ ਜ਼ਰੂਰ ਹੈ ਵੀ ਲੋਕਾਂ ਨੇ ਜਿਹਨੂੰ ਵੋਟਾਂ ਪਾਈਆਂ ਜਿੱਤਣਾ ਉਹਨੇ ਹੀ ਆ। ਤੇ ਜਿਹੋ ਜਿਹੇ ਲੋਕ ਪੰਜਾਬ ਦੀ ਕਾਮਨਾ ਕਰਦੇ ਆ ਉਹੋ ਜਿਹੇ ਲੋਕ ਸਾਡੇ ਮੂਹਰੇ ਆਉਣਗੇ। ਤੇ ਜੇਕਰ ਅਸੀਂ ਚੰਗਿਆਂ ਨੂੰ ਵੋਟਾਂ ਪਾਈਆਂ ਨਿੱਠ ਕੇ ਇਮਾਨਦਾਰੀ ਨਾਲ ਪਾਈਆਂ ਤਾਂ ਫਿਰ ਤਾਂ ਇਮਾਨਦਾਰ ਜਿੱਤਣਗੇ। ਤੇ ਜੇਕਰ ਅਸੀਂ ਲੈ ਦੇ ਕੇ ਪਾਈਆਂ ਤੇ ਦਾਰੂ ਦੀਆਂ ਘੁੱਟਾਂ ਨਾਲ ਪਾਈਆਂ ਤੇ ਫਿਰ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕਰਨ ਦਾ ਹੱਕ ਨਾ ਕਦੇ ਸੀ ਤੇ ਨਾ ਹੀ ਹੋਣਾ ਚਾਹੀਦਾ ਕਿ ਪੰਜਾਬ ਦਾ ਬੁਰਾ ਹਾਲ ਹੋਈ ਜਾਂਦਾ। ਪੰਜਾਬ ਦਾ ਹਾਲ ਸੁਧਰੇ, ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਦੀ ਜਵਾਨੀ ਨੂੰ ਦੇਸ਼ ਛੱਡ ਕੇ ਨਾ ਜਾਣਾ ਪਵੇ, ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇ, ਪੰਜਾਬ ਦੇ ਵਪਾਰੀ ਜ਼ਿੰਦਾਬਾਦ ਰਹਿਣ, ਪੰਜਾਬ ਦੇ ਲੋਕ ਆ ਜਿਹੜੇ ਉਹ ਉਹਨਾਂ ਨੇ ਚਿਹਰੇ ਦਗਦਗ ਕਰਦੇ ਹੋਏ ਸਾਨੂੰ ਮਿਲਣ। ਤੇ ਇਹ ਅਸੀਂ ਕਾਮਨਾ ਕਰਦੇ ਹਾਂ। ਸੋ ਜੋ ਵੀ ਜਾਣਕਾਰੀ ਅੱਜ ਆਈ ਉਹ ਅਸੀਂ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਸਾਹਮਣੇ ਕਰਦੇ ਰਹਿਣਾ। ਸਵੇਰ ਤੋਂ ਲੈ ਕੇ ਦੇਰ ਆਥਣ ਤੱਕ, ਰਾਤ ਤੱਕ ਅਸੀਂ ਪਲ ਪਲ ਦੀ ਜਾਣਕਾਰੀ ਸਾਂਝੀ ਕਰਾਂਗੇ ਨਤੀਜਿਆਂ ਦੇ ਬਾਰੇ। ਸੋ ਤੁਸੀਂ ਜੁੜੇ ਰਹੋ, ਲਗਾਤਾਰਤਾ ਬਣਾਈ ਰੱਖਣੀ ਹੈ। ਜੋ ਜਾਣਕਾਰੀ ਤੁਹਾਡੇ ਕੋਲੇ ਆਉਂਦੀ ਹੈ ਤੁਸੀਂ ਅਜੀਤ ਵੈਬ ਟੀਵੀ ਨੂੰ ਭੇਜਣੀ ਨਾ ਭੁੱਲਿਓ। ਤੇ ਜੋ ਸਾਡੇ ਕੋਲੇ ਪਹੁੰਚਦੀ ਹੈ ਅਸੀਂ ਤੁਹਾਨੂੰ ਪਰਿਵਾਰ ਦੇ ਜੀ ਸਮਝਦੇ ਹਾਂ। ਅਸੀਂ ਕੱਲੇ ਮਿੰਟ ਦੀ ਜਾਣਕਾਰੀ ਸਾਂਝੀ ਕਰਾਂਗੇ। ਹੁਣ ਦਿਓ ਆਗਿਆ, ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਦੋਸਤੋ। ਮੈਂ ਹਾਂ ਸਵਰਨ ਸਿੰਘ ਟਹਿਣਾ। ਘੜੀ ਫੈਸਲੇ ਦੀ ਆ ਗਈ ਹੈ। ਹੁਣ ਤੋਂ ਕੁਝ ਮਿੰਟਾਂ ਬਾਅਦ ਪੰਜਾਬ ਦੇ ਵਿੱਚ ਤੇ ਬਾਕੀ ਹੋਰ 4 ਸੂਬੇ ਯਾਨੀ ਕਿ ਕੁੱਲ 5 ਸੂਬਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਣਾ। ਜਿੱਤੂ ਕੌਣ, ਹਾਰੂ ਕੌਣ, ਇਹ ਕੁਝ ਮਿੰਟ ਪਹਿਲਾਂ ਜਾਂ ਲਗਭਗ 1 ਘੰਟਾ ਪਹਿਲਾਂ ਦੱਸਣ ਵਾਲੀ ਗੱਲ ਨਹੀਂ। ਸਾਰੀਆਂ ਸਿਆਸੀ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ। ਜੇ ਗੱਲ ਇਕੱਲੇ ਅਸੀਂ ਪੰਜਾਬ ਤੱਕ ਸੀਮਿਤ ਰੱਖੀਏ ਤਾਂ ਪੰਜਾਬ ਦੇ ਵਿੱਚ ਲਗਭਗ ਪਿਛਲੇ 3 ਮਹੀਨੇ ਤੋਂ ਜੋ ਕੁਝ ਚੱਲਿਆ ਤੇ ਜਿਵੇਂ ਚੱਲਿਆ ਉਹਦੇ ਬਾਬਤ ਬਹੁਤ ਸਾਰੀਆਂ ਖਬਰਾਂ ਅਸੀਂ ਸਮੇਂ-ਸਮੇਂ ਦੇ ਉੱਤੇ ਅਜੀਤ ਵੈਬ ਟੀਵੀ ਤੇ ਸਾਂਝੀਆਂ ਕਰਦੇ ਰਹੇ ਹਾਂ। ਪੰਜਾਬ ਦੇ ਵਿੱਚ ਮੁੱਖ ਮੁਕਾਬਲਾ ਇਤਕੀ 1, 2 ਜਾਂ 3 ਪਾਰਟੀਆਂ ਦੇ ਵਿੱਚ ਨਹੀਂ, 5 ਪਾਰਟੀਆਂ ਦੇ ਵਿੱਚ ਹੈ। ਪੰਜਾਬ ਦੇ ਵਿੱਚ ਇਤਕੀ 1300 ਤੇ 4 ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਮਸ਼ੀਨਾਂ ਦੇ ਵਿੱਚ ਬੰਦ ਹੈ, ਜਿਹੜੀ ਕਿ ਹੁਣ ਤੋਂ ਕੁਝ ਕੁ ਮਿੰਟਾਂ ਬਾਅਦ ਖੁੱਲਣੀ ਸ਼ੁਰੂ ਹੋਣੀ ਹੈ। ਤੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ 10:30 11 ਵਜੇ ਤੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਸਵੀਰ ਸਾਫ਼ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ, ਅਕਾਲੀ ਦਲ ਨੂੰ ਕਿੰਨੀਆਂ ਕੁ ਸੀਟਾਂ ਮਿਲਦੀਆਂ, ਕਾਂਗਰਸ ਦਾ ਕਿੰਨਾ ਕੁ ਸਨਮਾਨ ਬਚਦਾ, ਬੀਜੇਪੀ ਦੇ ਹਿੱਸੇ ਕੀ ਆਉਂਦਾ ਹੈ ਤੇ ਬਾਕੀ ਜਿਹੜੀਆਂ ਛੋਟੀਆਂ ਵੱਡੀਆਂ ਧਿਰਾਂ ਉਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ। ਸੰਯੁਕਤ ਸਮਾਜ ਮੋਰਚਾ ਕਿਹੜੇ ਮੋੜ ਦੇ ਉੱਤੇ ਜਾ ਕੇ ਖੜਦਾ। ਪਰ ਜਦੋਂ 5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ ਉਦੋਂ ਭੰਬਲ ਭੂਸਾ ਬਣਿਆ ਰਹਿੰਦਾ। ਉਦੋਂ ਭੰਬਲ ਭੂਸਾ ਇਸ ਕਰਕੇ ਬਣਿਆ ਰਹਿੰਦਾ ਵੀ ਪਤਾ ਨਹੀਂ ਕਿਹਨੇ ਕਿਹਦੀ ਕਿੰਨੀ ਵੋਟ ਤੋੜੀ ਹੋਣੀ ਆ। ਇੱਦਾਂ ਹੁੰਦਾ ਵੀ ਰਿਹਾ ਪਰ ਹੋਇਆ ਪਹਿਲੀ ਵਾਰ ਨਹੀਂ, ਕਿਉਂਕਿ ਇਸ ਤੋਂ ਪਹਿਲਾਂ 3 ਪਾਰਟੀਆਂ ਦਾ ਮੁਕਾਬਲਾ ਹੁੰਦਾ। ਉਸ ਤੋਂ ਪਹਿਲਾਂ 12 ਦੇ ਵਿੱਚ 2 ਪਾਰਟੀਆਂ ਦਾ ਮੁਕਾਬਲਾ ਸੀ। ਐਤਕੀ 5 ਦਾ ਮੁਕਾਬਲਾ। ਸੋ 1304 ਉਮੀਦਵਾਰ ਨੇ
ਉਹਨਾਂ ਦੇ ਵਿੱਚੋਂ 117 ਜਿੱਤਣੇ ਆ, ਕਈਆਂ ਨੇ ਹਾਰਨਾ, 117 ਜਿੱਤਣਗੇ। ਪਰ ਮਨ ਦੇ ਵਿੱਚ ਸਵਾਲ ਕਈ ਆਉਂਦੇ ਆ ਕਿ ਜਿਹੜੇ ਐਗਜ਼ਿਟ ਪੋਲ ਦੇ ਨਤੀਜੇ ਆ ਉਹਨਾਂ ਦੇ ਉੱਤੇ ਅੱਜ ਫੈਸਲੇ ਦੀ ਘੜੀ ਤੋਂ ਕੁਝ ਕੁ ਮਿੰਟ ਪਹਿਲਾਂ ਯਕੀਨ ਮੰਨੀਏ ਜਾਂ ਨਾ ਮੰਨੀਏ। ਮੈਂ ਇਸ ਪ੍ਰਸੰਗ ਦੇ ਵਿੱਚ ਅੱਜ ਨਹੀਂ ਜਾਣਾ ਕਿ ਭਾਈ ਫਲਾਣੇ ਐਗਜ਼ਿਟ ਪੋਲ ਨੇ ਕਿਹਾ ਸੀ ਕਿ ਇਹਨੇ ਜਿੱਤਣਾ, ਫਲਾਣੇ ਨੇ ਕਿਹਾ ਇਹਨੇ ਹਾਰ ਜਾਣਾ, ਫਲਾਣੇ ਨੇ ਆਹ ਗੱਲ ਕਹੀ, ਫਲਾਣੇ ਨੇ ਆਹ ਕਹੀ। ਹੁਣ ਉਹਦੀ ਕੋਈ ਤੁਕ ਨਹੀਂ ਬਣਦੀ, ਕੁਝ ਕੁ ਮਿੰਟਾਂ ਬਾਅਦ ਸਾਰੀ ਕਹਾਣੀ ਸਭ ਦੇ ਸਮਝ ਆ ਜਾਣੀ ਆ। ਪਰ ਮੇਰੀ ਬੇਨਤੀ ਇਸ ਗੱਲ ਦੀ ਜ਼ਰੂਰ ਹੈ ਵੀ ਜੋ ਅਸਲ ਨਤੀਜਾ ਹੋਊਗਾ ਅੱਜ ਪੰਜਾਬ ਦਾ, ਉਹ ਐਗਜ਼ਿਟ ਪੋਲ ਦੇ ਬਰਾਬਰ ਜ਼ਰੂਰ ਰੱਖਿਓ ਤੇ ਭਵਿੱਖ ਦੇ ਲਈ ਰਾਏ ਜ਼ਰੂਰ ਬਣਾਈਏ ਆਪਾਂ ਕਿ ਆਪਾਂ ਇਹਨਾਂ ਦੇ ਉੱਤੇ ਕਦੇ ਯਕੀਨ ਕਰਨਾ ਜਾਂ ਨਹੀਂ ਕਰਨਾ। ਕਈ ਚੈਨਲਾਂ ਨੇ ਇਹ ਗੱਲ ਕਹੀ ਕਿ ਫਲਾਣੀ ਪਾਰਟੀ 100 ਸੀਟ ਲੈ ਕੇ ਜਾਊ, ਕਿਸੇ ਨੇ ਕਿਹਾ ਜੀ ਕਿ 30 ਤੋਂ ਵੱਧ ਨਹੀਂ ਲਿਜਾਂਦੀ, ਕਿਸੇ ਨੇ ਕਿਹਾ ਜੀ ਫਲਾਣੀ ਪਾਰਟੀ 40 ਸੀਟਾਂ ਲੈ ਕੇ ਜਾਊ, ਕਿਸੇ ਨੇ ਕਿਹਾ ਨਾ ਇਹ ਤਾਂ 13 ਤੋਂ ਨਹੀਂ ਵੱਧਦੀ। ਸੋ ਇਸ ਕਰਕੇ ਜੋ ਅਸਲ ਨਤੀਜਾ ਹੋਊਗਾ ਉਹ ਐਗਜ਼ਿਟ ਪੋਲ ਦੇ ਬਰਾਬਰ ਰੱਖ ਕੇ ਫੇਰ ਹੀ ਪਤਾ ਲੱਗਣਾ ਵੀ ਭਾਈ ਭਵਿੱਖ ਦੇ ਵਿੱਚ ਇਹਨਾਂ ਨੂੰ ਅਸੀਂ ਡੰਗ ਟਪਾਊ ਚੀਜ਼ ਮੰਨੀਏ, ਇਹਨਾਂ ਨੂੰ ਪੇੜ ਮੰਨੀਏ, ਸੱਟਾ ਬਾਜ਼ਾਰ ਦੀ ਦੇਣ ਮੰਨੀਏ, ਜਾਂ ਸੱਚੀ ਮੁੱਚੀ ਇਹਨਾਂ ਦੇ ਵੱਲੋਂ ਕੋਈ ਚਮਤਕਾਰੀ ਨਤੀਜਾ ਪੇਸ਼ ਕਰਨ ਦੇ ਨੇੜੇ ਤੇੜੇ ਪਹੁੰਚਿਆ ਜਾਂਦਾ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਵੱਡੀ ਗਿਣਤੀ ਦੇ ਵਿੱਚ ਲੋਕ ਇਹ ਗੱਲ ਕਹਿੰਦੇ ਆ, ਪਰ ਇਹ ਸਮਾਂ ਦੱਸੂਗਾ ਵੀ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ। ਮੈਂ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ ਤੇ ਅੱਜ ਵੀ ਇਹ ਗੱਲ ਕਰਨੀ ਬਣਦੀ ਹੈ ਕਿ ਭਗਵੰਤ ਮਾਨ ਦੇ ਸੀਐਮ ਕੈਂਡੀਡੇਟ ਬਣਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਨਵਾਂ ਹੁਲਾਰਾ ਮਿਲਿਆ, ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਜੋਸ਼ ਆਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇਕਰ ਭਗਵੰਤ ਮਾਨ ਨਾ ਸੀਐਮ ਕੈਂਡੀਡੇਟ ਬਣਾਇਆ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਲੱਕ ਟੁੱਟਿਆ ਪਿਆ ਸੀ ਪੰਜਾਬ ਦੇ ਵਿੱਚ। ਤੇ ਜੇਕਰ ਅਸੀਂ ਗੱਲ ਕਰਦੇ ਕਾਂਗਰਸ ਦੀ, ਕਾਂਗਰਸ ਦੇ ਵੱਲੋਂ 111 ਦਿਨ ਦੇ ਲਈ ਮੌਕਾ ਦਿੱਤਾ ਗਿਆ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ। ਚੰਨੀ ਹੋਰਾਂ ਨੇ ਬਹੁਤ ਸਾਰੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਕੰਮਾਂ ਤੋਂ ਵੱਧ ਬੋਰਡ ਲੱਗੇ ਆ। ਉਹਨਾਂ ਨੇ ਕੁਝ ਕੁ ਵੱਖਰੇ ਕੰਮ ਵੀ ਕੀਤੇ, ਜਿਵੇਂ ਕਿ ਐਨ ਮੌਕੇ ਦੇ ਉੱਤੇ ਬੱਕਰੀ ਵੀ ਚੋਣ ਲੱਗ ਪਏ। ਉਹਨਾਂ ਦੇ ਵੱਲੋਂ ਕਈ ਹੋਰ ਕੰਮ ਵੀ ਕੀਤੇ ਗਏ ਆ, ਜਿਵੇਂ ਲੋਕਾਂ ਦੇ ਵਿੱਚ ਜਾਂਦੇ ਹੋਏ ਕਿਸੇ ਨੂੰ ਜੱਫੀ ਪਾਉਣੀ। ਉਹਨਾਂ ਨੇ ਆਮ ਵਿਅਕਤੀ ਖੁਦ ਨੂੰ ਦਰਸਾਉਣ ਦੀ 100% ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਸਰਕਾਰ ਦੁਬਾਰਾ ਬਣਾਉਣ 'ਚ ਕਾਮਯਾਬ ਹੋਵਾਂਗੇ, ਪਰ ਉਹ ਕਿੰਨੀ ਕਾਮਯਾਬੀ ਹਾਸਲ ਕਰਦੇ ਆ ਇਹ ਅੱਜ ਹੁਣ ਤੋਂ ਕੁਝ ਮਿੰਟਾਂ ਬਾਅਦ ਪਤਾ ਲੱਗਣ ਦਾ ਰੁਝਾਨ ਸ਼ੁਰੂ ਹੋ ਜਾਣਾ। ਕਿਉਂਕਿ ਜਦੋਂ ਪਹਿਲੇ 2-3 ਗੇੜਾਂ ਦੇ ਵਿੱਚ ਕੋਈ ਅੱਗੇ ਰਹਿ ਜੇ ਤਾਂ ਫਿਰ ਅਗਲੇ ਗੇੜ ਦੇ ਵਿੱਚ ਭਾਵੇਂ ਉਹ ਉਮੀਦਵਾਰ ਪਿੱਛੇ ਵੀ ਰਹਿ ਜੇ ਤਾਂ ਫਿਰ ਇਉਂ ਲੱਗਦਾ ਕਿ ਨਹੀਂ ਯਾਰ ਹੁਣ ਇਹ ਨਾ ਜਿਹੜੀ ਆ ਇਹ ਅਗੇਤ ਪਛੇਤਾ ਇਹ ਤੋੜਨੀ ਬੜੀ ਔਖੀ ਹੈ। ਅਕਾਲੀ ਦਲ ਦੇ ਵੱਲੋਂ ਬਸਪਾ ਨਾਲ ਲੰਮੇ ਸਮੇਂ ਬਾਅਦ ਗੱਠਜੋੜ ਕੀਤਾ ਗਿਆ ਤੇ ਐਤਕੀ ਉਹਨਾਂ ਦੇ ਵੱਲੋਂ ਨਿੱਠ ਕੇ ਪ੍ਰਚਾਰ ਵੀ ਕੀਤਾ ਗਿਆ, ਪਰ ਉਹ ਕਿੱਥੇ ਜੇ ਜਾ ਕੇ ਖੜਦੇ ਵੀ ਸਮਾਂ ਦੱਸੂ। ਬੀਜੇਪੀ ਇਸ ਗੱਲ ਨੂੰ ਕਬੂਲ ਕਰਦੀ ਆ ਕਿ ਅਸੀਂ 20-25 ਸੀਟਾਂ ਨਹੀਂ ਜਿੱਤਦੇ, ਪਰ ਕਿੰਨੀਆਂ ਕੁ ਜਿੱਤਦੇ ਆ? ਕਈ ਲੋਕ ਕਹਿੰਦੇ 5, ਕੋਈ ਕਹਿੰਦਾ 7, ਕੋਈ ਕਹਿੰਦਾ 12, ਕੋਈ ਕਹਿੰਦਾ 15। ਇਹ ਵੀ ਸਮਾਂ ਬਿਆਨ ਕਰੂਗਾ। ਸੋ ਬਹੁਤ ਕੁਝ ਅੱਜ ਕਲੀਅਰ ਹੋ ਜਾਣਾ, ਪਰ ਬੇਨਤੀ ਇਹ ਆ ਵੀ ਜਿੱਤੇ ਜਾਂ ਕੋਈ ਹਾਰੇ, ਪੰਜਾਬ ਦੇ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ। ਪੰਜਾਬ ਦੇ ਲੋਕ ਆਪਸ ਦੇ ਵਿੱਚ ਲੜਨ ਨਾ, ਅਸੀਂ ਲੜ ਕੇ ਸਿਰ ਪਾੜ ਕੇ ਪਰਚੇ ਕਰਵਾ ਕੇ ਬਹੁਤ ਸਾਰੀਆਂ ਵੰਡੀਆਂ ਪਾਈਆਂ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਵੀ ਅੱਜ ਜਿਹੜਾ ਵੀ ਜਿੱਤਿਆ ਉਹ ਹੋਛਾਪਣ ਨਾ ਦਿਖਾਵੇ, ਉਹਦੇ ਸਮਰਥਕ ਆ ਜਿਹੜੇ ਹੋਛਾਪਣ ਨਾ ਦਿਖਾਉਣ। ਇਹ ਨਾ ਹੋਵੇ ਚੱਕ ਕੇ ਢੋਲ ਆਪਾਂ ਤੇ ਜਿਹੜਾ ਹਾਰਿਆ ਉਹਦੇ ਘਰ ਦੇ ਮੂਹਰੇ ਵਜਾਉਣ ਲੱਗ ਜਾਈਏ। ਮਾੜਾ ਮੋਟਾ ਮਰਿਆਦਾ ਦਾ ਪਾਲਣ ਵੀ ਕਰਨਾ, ਅਸੀਂ ਨਜ਼ਾਕਤ ਵਾਲੀ ਜ਼ਿੰਦਗੀ ਵੀ ਜਿਉਣੀ ਆ। ਤੇ ਜਿਹੜਾ ਹਾਰਿਆ ਉਹ ਵੀ ਇਸ ਗੱਲ ਦਾ ਅਹਿਦ ਕਰੇ ਕਿ ਜਿਹੜੇ ਕਾਰਨ ਨੇ ਮੇਰੇ ਹਾਰ ਦੇ ਤੇ ਉਹ ਮੈਂ ਦੂਰ ਕਰਕੇ ਤੇ ਭਵਿੱਖ ਦੇ ਵਿੱਚ ਸਫਲਤਾ ਹਾਸਲ ਕਰਨੀ ਹੈ। ਸੋ ਜਿੱਤ ਹਾਰ ਬਣੀ ਹੋਈ ਹੈ, ਪਰ ਪੰਜਾਬ ਦੀ ਵਾਗਡੋਰ ਚੰਗਿਆਂ ਦੇ ਹੱਥ ਦੇ ਵਿੱਚ ਆਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਅਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਪਰ ਇਹੀ ਬੇਨਤੀ ਆ ਕਿ ਪੰਜਾਬ ਦਾ ਕੁਝ ਚੰਗਾ ਹੋਵੇ, ਪੰਜਾਬ ਦਾ ਕੁਝ ਸੰਵਰ ਜਾਵੇ। ਲੱਡੂ ਆ ਜਿਹੜੇ ਬਾਪ ਕਰਨਾ, ਲੱਡੂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣ ਰਹੇ ਆ। ਲੁਧਿਆਣੇ ਦੇ ਵਿੱਚ ਕਈ ਹਲਵਾਈਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੇ ਕੋਲੇ ਜਿਹੜਾ ਉਹ ਕਈ ਕੁਇੰਟਲ ਇੱਕ ਉਮੀਦਵਾਰ ਨੇ ਲੱਡੂਆਂ ਦੇ ਆਰਡਰ ਦਿੱਤੇ ਹੋਏ ਆ। ਅੱਜ ਕਿੰਨਾਂ ਦੇ ਲੱਡੂ ਫਿੱਕੇ ਰਹਿੰਦੇ ਆ ਤੇ ਕਿੰਨਾਂ ਦੇ ਲੱਡੂਆਂ ਦਾ ਮੁੱਲ ਮੁੜਦਾ, ਅੱਜ ਕਿੰਨਾਂ ਦੀ ਤੂਤੀ ਬੋਲਦੀ ਆ ਤੇ ਕਿੰਨਾਂ ਦੀ ਜਿਹੜੀ ਗੋਡੀ ਲੱਗਦੀ ਆ, ਇਹ ਸਮਾਂ ਦੱਸ ਦੂਗਾ। ਕੁਝ ਕੁ ਘੰਟਿਆਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਣਾ। ਪਰ ਗੱਲ ਇਹ ਆ ਅਸਲ ਦੇ ਵਿੱਚ ਕਿ ਕਾਂਗਰਸ ਨੂੰ ਵੀ ਤੇ ਆਮ ਆਦਮੀ ਪਾਰਟੀ ਨੂੰ ਵੀ ਅੰਦਰ ਖਾਤੇ ਕੁਝ ਕੁ ਡਰ ਪਿਛਲੇ ਕੁਝ ਦਿਨਾਂ ਤੋਂ ਸਤਾ ਰਹੇ ਆ। ਕਾਂਗਰਸ ਨੂੰ ਇਸ ਕਰਕੇ ਡਰ ਸਤਾ ਰਿਹਾ ਵੀ ਕਿਤੇ ਸਾਡੇ ਨਾਲ ਗੋਆ ਵਾਲੀ ਨਾ ਹੋਵੇ, ਮਨੀਪੁਰ ਵਾਲੀ ਨਾ ਹੋਵੇ। ਕਾਂਗਰਸ ਨੂੰ ਉੱਥੇ ਵੱਧ ਸੀਟਾਂ ਮਿਲੀਆਂ ਸੀ, ਪਰ ਬੀਜੇਪੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ ਸੀ। ਛੱਤੀਸਗੜ੍ਹ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਆਪਣੇ ਹੋਟਲ ਬੁੱਕ ਕਰਵਾ ਕੇ ਰੱਖੇ ਗਏ ਆ। ਜਿਹੜੇ ਕਾਂਗਰਸ ਦੇ ਜੇਤੂ ਹੋਣਗੇ, ਜੇਕਰ ਬਹੁਮਤ ਨਹੀਂ ਮਿਲਦਾ ਤਾਂ ਉਹਨਾਂ ਥਾਵਾਂ ਦੇ ਉੱਤੇ ਲਿਜਾ ਕੇ ਵਿਧਾਇਕ ਸਾਂਭ ਕੇ ਰੱਖੇ ਜਾਣਗੇ। ਕਹਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਜੇ ਤਾਂ ਬਹੁਮਤ ਮਿਲ ਗਿਆ ਤਾਂ ਬਹੁਤ ਵਧੀਆ ਗੱਲ ਆ, ਪਰ ਜੇ ਨਾ ਮਿਲਿਆ ਤਾਂ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਆਪਣੇ ਵਿਧਾਇਕ ਸਾਂਭ ਕੇ ਰੱਖਣ ਦਾ ਪ੍ਰਬੰਧ ਕੀਤਾ ਹੋਇਆ। ਸੋ ਇਦਾਂ ਦੇ ਪ੍ਰਬੰਧ ਵੀ ਚੱਲ ਰਹੇ ਆ। ਪਰ ਮੈਨੂੰ ਪਿਛਲੇ 2-3 ਦਿਨਾਂ ਦੇ ਕਈ ਬਿਆਨ ਵੀ ਚੇਤੇ ਆਉਂਦੇ ਆ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਵੱਲੋਂ ਕਾਂਗਰਸ ਦੇ ਕੁਝ ਆਗੂਆਂ ਨੇ ਕਿਹਾ ਕਿ ਕਾਊਂਟਡਾਊਨ ਸ਼ੁਰੂ ਹੋ ਗਿਆ, ਸਿਸਮਾ ਫਾਰਮ ਹਾਊਸ ਦੇ ਵਿੱਚ ਰਾਜਨੀਤਿਕ ਸ਼ੋਅ ਚੱਲਣਾ, ਕਮਾਲ ਹੋ ਜਾਣੀ ਆ, ਪਾਸਾ ਬਦਲ ਦਿਆਂਗੇ।
ਬਾਜ਼ੀ ਪਲਟ ਦਿਆਂਗੇ। ਉਹ ਹੁਣ ਬਾਜ਼ੀ ਕਿੰਨੀ ਕੁ ਪਲਟਦੇ ਆ, ਕਿਵੇਂ ਪਲਟਦੇ ਆ, ਇਹਦੇ ਵੱਲ ਵੀ ਪੰਜਾਬ ਦੇ ਲੋਕਾਂ ਦਾ ਧਿਆਨ ਕੇਂਦਰਿਤ ਰਹਿਣਾ। ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਵਸਦੇ ਆ ਉਹਨਾਂ ਦਾ ਧਿਆਨ ਇਸ ਵਕਤ ਇਸੇ ਗੱਲ ਦੇ ਉੱਤੇ ਟਿਕਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਹਾਰੂ ਜਾਂ ਫਿਰ ਜਿੱਤੂ, ਧੂਰੀ ਦੇ ਵਿੱਚ ਭਗਵੰਤ ਮਾਨ ਹਾਰੂ ਜਾਂ ਜਿੱਤੂ, ਦਲਵੀਰ ਸਿੰਘ ਗੋਲਡੀ ਦਾ ਕੀ ਬਣੂ, ਹਾਰੂ ਜਾਂ ਜਿੱਤੂ, ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੋਵਾਂ ਨੂੰ ਮਾਤ ਦੇ ਕੇ ਤੇ ਡਾਕਟਰ ਜੀਵਨਜੋਤ ਕੌਰ ਤਾਂ ਨਹੀਂ ਜਿੱਤੂ, ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਇਸ ਪੜਾਅ ਦੇ ਉੱਤੇ ਹਾਰੂ ਜਾਂ ਫਿਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਰਾ ਕੇ ਜਿੱਤੂ। ਸੋ ਇਸੇ ਤਰੀਕੇ ਦੇ ਨਾਲ ਆ ਮਾਨਸੇ ਵਾਲੀ ਸੀਟ ਸਿੱਧੂ ਮੂਸੇਵਾਲਾ ਹਾਰੂ ਜਾਂ ਫਿਰ ਜਿੱਤੂ, ਡਾਕਟਰ ਵਿਜੇ ਸਿੰਗਲਾ ਦੇ ਵੱਲੋਂ ਕਮਾਲ ਕੀਤੀ ਜਾਊ ਜਾਂ ਫਿਰ ਨਹੀਂ। ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਵੀ ਸੀਟਾਂ ਹੈਗੀਆਂ। ਸੋ ਉਹਨਾਂ ਸੀਟਾਂ ਦੇ ਵੱਲ ਧਿਆਨ ਕੇਂਦਰਿਤ ਰਹਿਣਾ ਪੰਜਾਬ ਦੇ ਲੋਕਾਂ ਦਾ। ਪੰਜਾਬ ਦੀਆਂ 1 ਦਰਜਨ ਦੇ ਕਰੀਬ ਐਤਕੀ ਸੀਟਾਂ ਸੁਪਰ ਹੌਟ ਆ ਜਿਨ੍ਹਾਂ ਦੇ ਵੱਲ ਪੰਜਾਬੀਆਂ ਦੀ ਨਿਗਾਹ ਵੀ ਟਿਕੀ ਹੋਈ ਹੈ। ਸੱਟਾ ਬਾਜ਼ਾਰ ਵੀ ਸਿਖਰ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ। ਲੋਕਾਂ ਨੇ ਸ਼ਰਤਾਂ ਵੀ 5-5 ਲੱਖ ਰੁਪਏ ਦੀਆਂ ਲਾਈਆਂ ਹੋਈਆਂ। ਸੋ ਪਤਾ ਨਹੀਂ ਬਣਨਾ ਕੀ ਹੈ, ਪਰ ਇਹ ਗੱਲ ਪੱਕੀ ਹੈ ਜਿਹੜੇ ਅੱਜ ਨਤੀਜੇ ਆਉਣਗੇ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਮੀਦਵਾਰ 2 ਤੋਂ ਲੈ ਕੇ 3000 ਵੋਟਾਂ ਦੇ ਮਾਰਜਨ ਨਾਲ ਜਿੱਤਣਗੇ ਜਾਂ ਹਾਰਨਗੇ। ਕਿਉਂਕਿ ਜਦੋਂ ਵੱਡਾ ਮੁਕਾਬਲਾ ਹੋਵੇ, 5-5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇ, ਉਦੋਂ ਜਿੱਤ ਹਾਰ ਦਾ ਮਾਰਜਨ ਥੋੜਾ ਰਹਿ ਜਾਂਦਾ। ਸੋ ਸਮਾਂ ਦੱਸੂਗਾ ਕੀ ਬਣਦਾ। ਆਪ ਜਿੱਤੂ, ਅਕਾਲੀ ਦਲ ਤੇ ਬੀਜੇਪੀ ਮਿਲ ਕੇ ਸਰਕਾਰ ਬਣਾਉਣਗੇ ਜਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਸਰਕਾਰ ਬਣਾਊ ਜਾਂ ਫਿਰ ਵਿੱਚ ਵਿਚਾਲੇ ਕੋਈ ਹੋਰ ਚਮਤਕਾਰ ਹੋ। ਕਿਸੇ ਦਾ ਅੰਦਾਜ਼ਾ ਇਹ ਵੀ ਹੋ ਸਕਦਾ ਕਿ ਰਾਜਪਾਲ ਰਾਜ ਜਿਹੜਾ ਗਵਰਨਰ ਰਾਜ ਲੱਗੂ ਪੰਜਾਬ ਦੇ ਵਿੱਚ। ਸੋ ਕੁਝ ਨਹੀਂ ਕਹਿ ਸਕਦੇ। ਪੱਤਰਕਾਰ ਦਾ ਕੰਮ ਹੁੰਦਾ ਜਾਣਕਾਰੀ ਦੇਣਾ। ਜੇ ਅਸੀਂ ਇਹ ਗੱਲ ਕਹਿ ਦਈਏ ਕਿ ਫਲਾਣੀ ਪਾਰਟੀ ਜਿੱਤੂ ਤਾਂ ਹੋ ਸਕਦਾ ਕਿਸੇ ਨੂੰ ਇਹ ਗੱਲ ਬੁਰੀ ਲੱਗੇ, ਕੋਈ ਇਹ ਗੱਲ ਸੁਣਨੀ ਨਾ ਪਸੰਦ ਕਰਦਾ ਹੋਵੇ। ਪਰ ਗੱਲ ਇਹ ਹੈ ਵੀ ਸਮੇਂ ਨੇ ਸਾਰੀ ਸਥਿਤੀ ਕੁਝ ਕੁ ਮਿੰਟਾਂ ਬਾਅਦ ਬਿਆਨ ਕਰ ਦੇਣੀ ਆ। ਚੰਗੇ ਜਿੱਤਣ ਤੇ ਚੰਗਿਆਂ ਵੱਲੋਂ ਜੇਕਰ ਚੰਗਿਆਂ ਨੂੰ ਵੋਟਾਂ ਪਾਈਆਂ ਗਈਆਂ ਤਾਂ ਚੰਗੇ ਹੀ ਜਿੱਤਣਗੇ। ਪਰ ਇਹ ਗੱਲ ਜ਼ਰੂਰ ਹੈ ਵੀ ਲੋਕਾਂ ਨੇ ਜਿਹਨੂੰ ਵੋਟਾਂ ਪਾਈਆਂ ਜਿੱਤਣਾ ਉਹਨੇ ਹੀ ਆ। ਤੇ ਜਿਹੋ ਜਿਹੇ ਲੋਕ ਪੰਜਾਬ ਦੀ ਕਾਮਨਾ ਕਰਦੇ ਆ ਉਹੋ ਜਿਹੇ ਲੋਕ ਸਾਡੇ ਮੂਹਰੇ ਆਉਣਗੇ। ਤੇ ਜੇਕਰ ਅਸੀਂ ਚੰਗਿਆਂ ਨੂੰ ਵੋਟਾਂ ਪਾਈਆਂ ਨਿੱਠ ਕੇ ਇਮਾਨਦਾਰੀ ਨਾਲ ਪਾਈਆਂ ਤਾਂ ਫਿਰ ਤਾਂ ਇਮਾਨਦਾਰ ਜਿੱਤਣਗੇ। ਤੇ ਜੇਕਰ ਅਸੀਂ ਲੈ ਦੇ ਕੇ ਪਾਈਆਂ ਤੇ ਦਾਰੂ ਦੀਆਂ ਘੁੱਟਾਂ ਨਾਲ ਪਾਈਆਂ ਤੇ ਫਿਰ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕਰਨ ਦਾ ਹੱਕ ਨਾ ਕਦੇ ਸੀ ਤੇ ਨਾ ਹੀ ਹੋਣਾ ਚਾਹੀਦਾ ਕਿ ਪੰਜਾਬ ਦਾ ਬੁਰਾ ਹਾਲ ਹੋਈ ਜਾਂਦਾ। ਪੰਜਾਬ ਦਾ ਹਾਲ ਸੁਧਰੇ, ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਦੀ ਜਵਾਨੀ ਨੂੰ ਦੇਸ਼ ਛੱਡ ਕੇ ਨਾ ਜਾਣਾ ਪਵੇ, ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋਵੇ, ਪੰਜਾਬ ਦੇ ਵਪਾਰੀ ਜ਼ਿੰਦਾਬਾਦ ਰਹਿਣ, ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੇ ਚਿਹਰੇ ਦਗਦਗ ਕਰਦੇ ਹੋਏ ਸਾਨੂੰ ਮਿਲਣ। ਤੇ ਇਹ ਅਸੀਂ ਕਾਮਨਾ ਕਰਦੇ ਹਾਂ। ਸੋ ਜੋ ਵੀ ਜਾਣਕਾਰੀ ਅੱਜ ਆਈ ਉਹ ਅਸੀਂ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਸਾਹਮਣੇ ਕਰਦੇ ਰਹਿਣਾ। ਸਵੇਰ ਤੋਂ ਲੈ ਕੇ ਦੇਰ ਆਥਣ ਤੱਕ, ਰਾਤ ਤੱਕ ਅਸੀਂ ਪਲ ਪਲ ਦੀ ਜਾਣਕਾਰੀ ਸਾਂਝੀ ਕਰਾਂਗੇ ਨਤੀਜਿਆਂ ਦੇ ਬਾਰੇ। ਸੋ ਤੁਸੀਂ ਜੁੜੇ ਰਹੋ, ਲਗਾਤਾਰਤਾ ਬਣਾਈ ਰੱਖਣੀ ਹੈ। ਜੋ ਜਾਣਕਾਰੀ ਤੁਹਾਡੇ ਕੋਲੇ ਆਉਂਦੀ ਹੈ ਤੁਸੀਂ ਅਜੀਤ ਵੈਬ ਟੀਵੀ ਨੂੰ ਭੇਜਣੀ ਨਾ ਭੁੱਲਿਓ। ਤੇ ਜੋ ਸਾਡੇ ਕੋਲੇ ਪਹੁੰਚਦੀ ਹੈ ਅਸੀਂ ਤੁਹਾਨੂੰ ਪਰਿਵਾਰ ਦੇ ਜੀ ਸਮਝਦੇ ਹਾਂ। ਅਸੀਂ ਕੱਲੇ ਮਿੰਟ ਦੀ ਜਾਣਕਾਰੀ ਸਾਂਝੀ ਕਰਾਂਗੇ। ਹੁਣ ਦਿਓ ਆਗਿਆ, ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ